ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਵਾਹਿਗੁਰੂ ਸਾਹਿਬ ਜੀ। ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿਥੈ ਸੋਹਨ ਪੰਚ ਪਰਵਾਣ, ਨਦਰੀ ਕਰਮ ਪਵੈ ਨਿਸ਼ਾਨ। ਕੱਚ ਪਕਾਈ ਓਥੈ ਪਾਏ, ਨਾਨਕ ਗਿਆ ਜਾਪੈ ਜਾਏ। ਪਰਮ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸਤਿਕਾਰਯੋਗ ਵਡਭਾਗੀ ਸਤ ਸੰਗੀ ਜਨੋ, ਆਓ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਵਿਚਾਰ ਦੇ ਨਾਲ ਕੁਝ ਸਮਾਂ ਵਿਚਾਰਾਂ ਦੀ ਸਾਂਝ ਪਾਈਏ। ਵਿਚਾਰਾਂ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਬਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਪਾਵਨ ਬਾਣੀ ਜਪਜੀ ਸਾਹਿਬ ਜੀ ਦੇ ਵਿੱਚੋਂ 34 ਨੰਬਰ ਪਾਵਨ ਪੌੜੀ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਜਿਵੇਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ 33 ਨੰਬਰ ਪਾਵਨ ਪੌੜੀ ਦੀ ਵਿਚਾਰ ਆਰੰਭ ਕੀਤੀ ਸੀ, ਜਿਸ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਸੀ ਕਿ ਜੇਕਰ ਮਨੁੱਖ ਆਪਣੇ ਜੀਵਨ ਦੇ ਅੰਦਰ ਹਉਮੈ ਨੂੰ ਤਿਆਗ ਦੇਵੇ, ਆਪਣੇ ਜੀਵਨ ਦੇ ਵਿੱਚੋਂ ਮੈਂ ਮੇਰੀ ਨੂੰ ਤਿਆਗ ਕੇ ਪ੍ਰਭੂ ਪਤੀ ਨੂੰ ਮਿਲਣ ਵਾਲੀਆਂ ਪੌੜੀਆਂ ਉੱਤੇ ਚੜ੍ਹੇ, ਫਿਰ ਇਹਦੀ ਸਾਂਝ ਉਸ ਮਾਲਕ ਦੇ ਨਾਲ ਬਣ ਜਾਵੇਗੀ। ਤੇ ਜਿਸ ਮਾਲਕ ਨੇ ਇਸ ਨੂੰ ਜ਼ੋਰ ਦਿੱਤਾ, ਇਹ ਤਾਕਤ ਦਿੱਤੀ ਹੈ, ਉਸ ਪ੍ਰਭੂ ਦੀ ਤਾਕਤ ਜ਼ੋਰ ਦੇ ਦੁਆਰਾ ਹੀ ਇਹ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਨਾਲ ਜੋੜ ਸਕਦਾ ਹੈ। ਉਸ ਪਰਮਾਤਮਾ ਨੇ ਇਹਨੂੰ ਸਰੀਰ ਦੇ ਦਿੱਤਾ, ਇਹਨੂੰ ਤਾਕਤ ਦਿੱਤੀ, ਪਰ ਇਹ 'ਤੇ ਡਿਪੈਂਡ ਕਰਦਾ ਹੈ, ਇਹ 'ਤੇ ਨਿਰਭਰ ਕਰਦਾ ਹੈ ਕਿ ਇਹਨੇ ਇਸ ਤਾਕਤ ਨੂੰ ਕਿਸ ਤਰ੍ਹਾਂ ਵਰਤਣਾ ਹੈ। ਜੇਕਰ ਜੀਵਨ ਦੇ ਅੰਦਰ ਇਸ ਤਾਕਤ ਨੂੰ, ਇਸ ਜ਼ੋਰ ਨੂੰ ਜੋ ਮਾਲਕ ਨੇ ਦਾਤਾਂ ਦਿੱਤੀਆਂ ਨੇ, ਬਖਸ਼ਿਸ਼ ਕੀਤੀ ਹੈ, ਚੰਗੀ ਜਗ੍ਹਾ 'ਤੇ ਵਰਤਦਾ ਹੈ, ਇਹਨਾਂ ਦੀ ਵਰਤੋਂ ਚੰਗੀ ਕਰਦਾ ਹੈ, ਉਹ ਆਪਣੇ ਜੀਵਨ ਦੇ ਵਿੱਚ ਉੱਤਮ ਹੈ। ਤੇ ਜਿਹੜਾ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਵਰਤਦਾ ਹੈ, ਦੁਰ ਉਪਯੋਗ ਕਰਦਾ ਹੈ, ਉਹ ਆਪਣੇ ਜੀਵਨ ਦੇ ਵਿੱਚ ਨੀਚ ਬਣ ਜਾਵੇਗਾ। ਤੇ ਪਾਤਸ਼ਾਹ ਜੀ ਨੇ ਅੱਜ ਇਸ ਪਾਵਨ ਪੌੜੀ ਦੇ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ ਨੇ, ਇਹ ਮਨੁੱਖਾਂ ਜੀਵਨ ਦੀ ਆਤਮਿਕ ਅਵਸਥਾ ਦੀ ਜਿਹੜੀ ਏ
ਪਹਿਲਾ ਰਸਤਾ ਆ, ਇਹ ਪਹਿਲੀ ਅਵਸਥਾ ਆ ਜਿਹੜੀ ਕਿ ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਬਣਾਉਣੀ ਹੈ। ਅੱਜ ਤੋਂ ਅਸੀਂ ਜਿਹੜਾ ਜਪਜੀ ਸਾਹਿਬ ਵਿੱਚ 5 ਖੰਡ ਜਿਹੜੇ ਦੱਸੇ ਗਏ ਆ, ਪਹਿਲਾ ਹੈਗਾ ਧਰਮ ਖੰਡ, ਦੂਸਰਾ ਹੈਗਾ ਗਿਆਨ ਖੰਡ, ਤੀਸਰਾ ਹੈਗਾ ਸ਼ਰਮ ਖੰਡ, ਤੇ ਚੌਥਾ ਗੁਰੂ ਪਿਆਰ ਵਾਲਿਓ ਕਰਮ ਖੰਡ ਹੈਗਾ, ਤੇ ਪੰਜਵਾਂ ਸੱਚ ਖੰਡ। ਇਹ 5 ਖੰਡ ਆ। ਪਹਿਲਾ ਖੰਡ ਕਿਹੜਾ ਆ? ਧਰਮ ਖੰਡ। ਹੁਣ ਧਰਮ ਖੰਡ ਜਿਹੜਾ ਉਹ ਅਸੀਂ ਆਪਣੇ ਜੀਵਨ ਨੂੰ ਜੇਕਰ ਫਰਜ਼ ਪਹਿਚਾਣਾਂਗੇ, ਸਾਡੇ ਜੀਵਨ 'ਚ ਧਰਮ ਹੋਵੇਗਾ। ਗੁਰੂ ਪਿਆਰ ਵਾਲੇ ਜੇ ਜੀਵਨ 'ਚ ਧਰਮ ਆ ਗਿਆ ਫਿਰ ਗਿਆਨ ਵੀ ਹੋਵੇ। ਹੁਣ ਜੇਕਰ ਜੀਵਨ 'ਚ ਗਿਆਨ ਆ ਗਿਆ ਫਿਰ ਉਹਨੂੰ ਜੀਵਨ 'ਚ ਕਮਾਉਣਾ ਵੀ ਪੈਣਾ ਆ, ਮਿਹਨਤ ਕਰਨੀ ਪੈਣੀ ਆ। ਸ਼ਰਮ ਖੰਡ, ਫਿਰ ਕਰਮ ਖੰਡ। ਮਾਲਿਕ ਜੀ ਕਹਿੰਦੇ ਫਿਰ ਕਰਮ ਵੀ ਤੇਰੇ ਚੰਗੇ ਬਣਨਗੇ। ਜੋ ਕਰਮ ਚੰਗੇ ਬਣ ਗਏ ਫਿਰ ਤੇਰਾ ਜੀਵਨ ਜਿਹੜਾ ਸੱਚਖੰਡ ਬਣ ਜਾਣਾ ਆ। ਹੁਣ ਪਾਤਸ਼ਾਹ ਜੀ ਅੱਜ ਇਸ ਪਾਵਨ ਪੌੜੀ ਵਿੱਚ ਕੀ ਵਿਚਾਰ ਬਖਸ਼ਿਸ਼ ਕਰਦੇ ਹਨ? ਰਾਤੀ ਰੁੱਤੀ ਥਿਤੀ ਵਾਰ। ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਰਾਤਾਂ ਬਣਾਈਆਂ, ਰੁੱਤਾਂ ਬਣਾਈਆਂ, ਥਿਤੀਆਂ ਵਾਰ, ਜਿਹੜੇ ਅਸੀਂ ਹਰ ਰੋਜ਼ ਵਰਤਦੇ ਹਾਂ। ਰੁੱਤਾਂ ਬਦਲਦੀਆਂ ਨੇ, ਦਿਨ ਬਦਲਦੇ ਨੇ, ਵਾਰ ਬਦਲਦੇ ਨੇ, ਥਿੱਤਾਂ ਬਦਲਦੀਆਂ ਨੇ। ਪਾਤਸ਼ਾਹ ਜੀ ਕਹਿੰਦੇ ਨੇ ਪਵਨ ਪਾਣੀ ਅਗਨੀ ਪਾਤਾਲ। ਮਾਲਿਕ ਜੀ ਕਹਿੰਦੇ ਨੇ ਪਵਨ ਹਵਾ, ਪਾਣੀ, ਅਗਨੀ ਅੱਗ, ਪਾਤਾਲ ਆਕਾਸ਼। ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿੱਥੇ ਇਹ ਕੁਝ ਬਣਾਇਆ ਨਾ, ਹਵਾ ਬਣਾਈ, ਪਵਨ, ਮਾਲਿਕ ਜੀ ਕਹਿੰਦੇ ਅੱਗ ਬਣਾਈ, ਉਸ ਅਕਾਲ ਪੁਰਖ ਨੇ ਆਕਾਸ਼, ਇਹ ਜੀਵ ਜੰਤ, ਇਹ ਰਾਤਾਂ ਰੁੱਤਾਂ, ਇਹ ਸਭ ਕੁਝ ਉਸ ਮਾਲਿਕ ਨੇ ਜਿੱਥੇ ਇਹ ਬਣਾਈਆਂ ਨੇ। ਪਾਤਸ਼ਾਹ ਜੀ ਕਹਿੰਦੇ ਨੇ ਉੱਥੇ ਇਹਨਾਂ ਸਾਰਿਆਂ ਦੇ ਵਿੱਚ, ਤਿਸ ਵਿੱਚ ਧਰਤੀ ਥਾਪ ਰੱਖੀ, ਧਰਮਸ਼ਾਲ। ਕਹਿੰਦੇ ਧਰਤੀ ਨੂੰ ਧਰਮ ਕਮਾਉਣ ਦੀ ਥਾਂ ਬਣਾ ਕੇ ਟਿਕਾ ਦਿੱਤਾ। ਇਹਨਾਂ ਸਾਰਿਆਂ ਦੇ ਵਿੱਚ ਧਰਤੀ ਨੂੰ ਧਰਮ ਕਮਾਉਣ ਦੀ ਥਾਂ ਬਣਾ ਕੇ ਟਿਕਾ ਦਿੱਤਾ। ਧਰਮਸ਼ਾਲ ਕਿਹਨੂੰ ਕਹਿੰਦੇ ਆ? ਜਿੱਥੇ ਧਰਮ ਕਮਾਇਆ ਜਾਂਦਾ ਆ, ਜਿੱਥੇ ਧਰਮ ਦੀ ਵਿਚਾਰ ਕੀਤੀ ਜਾਂਦੀ, ਜਿੱਥੇ ਧਰਮ ਪੜ੍ਹਾਇਆ ਜਾਂਦਾ, ਉਹਨੂੰ ਕਹਿੰਦੇ ਧਰਮਸ਼ਾਲ। ਹੁਣ ਜਿੱਥੇ ਕਿਸੇ ਨੇ ਬਹੁਤ ਸਾਰੀਆਂ ਗਊਆਂ ਰੱਖੀਆਂ ਹੁਣ ਉਹਨੂੰ ਕਹਿੰਦੇ ਗਊਸ਼ਾਲਾ। ਜਿੱਥੇ ਪੜ੍ਹਾਇਆ ਜਾਂਦਾ, ਜਿੱਥੇ ਬੱਚੇ ਵਿੱਦਿਆ ਪ੍ਰਾਪਤ ਕਰਦੇ ਆ ਉਹਨੂੰ ਕਹਿੰਦੇ ਪਾਠਸ਼ਾਲਾ, ਜਿੱਥੇ ਪਾਠ ਪੜ੍ਹਾਇਆ ਜਾਵੇ। ਇਸੇ ਤਰ੍ਹਾਂ ਹੀ ਜਿੱਥੇ ਧਰਮ ਕਮਾਇਆ ਜਾਵੇ ਉਹਨੂੰ ਕਹਿੰਦੇ ਧਰਮਸ਼ਾਲ। ਗੁਰੂ ਪਿਆਰ ਵਾਲਿਓ, ਇਹ ਧਰਤੀ ਨੂੰ ਸਤਿਗੁਰ ਨੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਧਰਤੀ ਨੂੰ ਰੱਬ ਨੇ ਧਰਮ ਕਮਾਉਣ ਦੀ ਜਗ੍ਹਾ ਬਣਾਇਆ ਆ। ਕਿਸ ਧਰਤੀ ਦੇ ਉੱਤੇ ਰਹਿ ਕੇ ਅਸੀਂ ਧਰਮ ਕਮਾਉਣਾ ਆ, ਜਿੱਥੇ ਅਸੀਂ ਦਿਨ ਰਾਤ ਰੁੱਤਾਂ ਦਾ, ਥਿੱਤਾਂ ਦਾ, ਇਹਨਾਂ ਦੀ ਵਿਚਾਰ ਕਰਦੇ ਹਾਂ, ਇਹਨਾਂ ਬਾਰੇ ਸੋਚਦੇ ਹਾਂ। ਇਹ ਜਿਹੜੀਆਂ ਸਾਨੂੰ ਸਹੂਲਤਾਂ ਮਿਲੀਆਂ ਨੇ, ਦਿਨ ਰਾਤ ਮਿਲੇ ਨੇ, ਇਹ ਬਤੀਤ ਕਰਦੇ ਹਾਂ, ਇਹਨਾਂ ਨੂੰ ਆਪਣੇ ਜੀਵਨ 'ਚ ਲੈ ਕੇ ਆਉਂਦੇ ਹਾਂ। ਪਾਤਸ਼ਾਹ ਜੀ ਕਹਿੰਦੇ ਉੱਥੇ ਇਸੇ ਧਰਤੀ ਉੱਤੇ ਰਹਿ ਕੇ ਤੂੰ ਜੀਵਨ 'ਚ ਧਰਮ ਵੀ ਕਮਾਉਣਾ ਆ, ਆਪਣੇ ਜੀਵਨ ਨੂੰ ਧਰਮੀ ਵੀ ਬਣਾਉਣਾ ਆ। ਇਹ ਧਰਤੀ ਜਿਹੜੀ ਤੈਨੂੰ ਧਰਮ ਕਮਾਉਣ ਵਾਸਤੇ ਦਿੱਤੀ ਹੋਈ ਆ। ਗੁਰੂ ਪਿਆਰ ਵਾਲਿਓ, ਪਹਿਲਾਂ ਸਮਝਣਾ ਪੈਣਾ ਧਰਮ ਕੀ ਹੈ। ਹੁਣ ਸਵੇਰੇ ਉੱਠ ਕੇ ਅਗਰਬੱਤੀ ਕਰ ਲੈਣੀ, ਮੱਥਾ ਟੇਕ ਲੈਣਾ ਜਾਂ ਪਾਠ ਪੂਜਾ ਕਰ ਲੈਣੀ, ਕੇਵਲ ਇਹ ਧਰਮ ਨਹੀਂ ਹੈ। ਇਹਨੂੰ ਅਸੀਂ ਧਰਮ ਨਹੀਂ ਕਹਿ ਸਕਦੇ। ਜਿਵੇਂ ਕੋਈ ਦੁਕਾਨਦਾਰ ਦੁਕਾਨ ਖੋਲ੍ਹਦਾ ਆ, ਮੱਥਾ ਟੇਕਦਾ ਆ, ਅਗਰਬੱਤੀ ਕਰਦਾ ਆ, ਤਸਵੀਰ ਅੱਗੇ ਮੱਥਾ ਟੇਕਦਾ ਅਤੇ ਫਿਰ ਅਗਰਬੱਤੀ ਕਰਦਾ ਆ, ਪਾਠ ਪੂਜਾ ਕਰਦਾ ਕਿ ਆਖੇ ਕਿ ਭਾਈ ਮੈਂ ਤਾਂ ਧਰਮ ਵਾਲਾ ਕੰਮ ਕਰ ਰਿਹਾ। ਸਾਡੇ ਮਨਾਂ ਦੇ ਵਿੱਚ ਇਹ ਚੀਜ਼ਾਂ ਧਰਮ ਬਣਾ ਦਿੱਤੀਆਂ ਕਿ ਭਾਈ ਇਹ ਧਰਮ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਧਰਮ ਕੀ ਆ? ਮਾਲਿਕ ਜੀ ਕਹਿੰਦੇ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਧਰਮ ਕੀ ਸੀ? ਸੱਚ ਬੋਲਣਾ ਹੀ ਧਰਮ ਹੈ। ਜਿਹੜਾ ਸੱਚ ਬੋਲਣਾ ਉਹ ਧਰਮ ਹੈ। ਇਸ ਧਰਮ ਨੂੰ ਛੱਡ ਦਿੱਤਾ, ਅਸੀਂ ਧਰਮ ਹੋਰ ਹੀ ਕਿਸੇ ਨੂੰ ਬਣਾ ਕੇ ਬਹਿ ਗਏ। ਪਰ ਗੁਰੂ ਪਿਆਰ ਵਾਲਿਓ, ਸਤਿਗੁਰੂ ਦੀ ਬਾਣੀ ਅੰਦਰ ਬਚਨ ਆ। ਮਾਲਿਕ ਜੀ ਕਹਿੰਦੇ ਸਰਬ ਧਰਮ ਮੈਂ ਸ੍ਰਿਸ਼ਟ ਧਰਮ। ਕਹਿੰਦੇ ਸਾਰੇ ਧਰਮਾਂ ਦੇ ਨਾਲੋਂ ਉੱਤਮ ਧਰਮ ਕਿਹੜਾ ਆ? ਹਰ ਕੋ ਨਾਮ ਜਪ ਨਿਰਮਲ ਕਰਮ। ਕਿ ਚੰਗੇ ਕੰਮ ਕਰਨੇ,
ਉਹ ਕੰਮ ਕਰਨੇ ਜਿਨ੍ਹਾਂ ਕੰਮਾਂ ਕਰਕੇ ਸਾਡਾ ਮਨ ਮੈਲਾ ਨਹੀਂ ਹੁੰਦਾ, ਸਾਡਾ ਜੀਵਨ ਮੈਲਾ ਨਹੀਂ ਹੁੰਦਾ, ਸਾਡੇ ਜੀਵਨ ਦੇ ਅੰਦਰ ਮੈਲ ਨਹੀਂ ਭਰਦੀ, ਸਾਡਾ ਜੀਵਨ ਨਿਰਮਲ ਰਹਿੰਦਾ ਆ, ਸੋਹਣਾ ਰਹਿੰਦਾ ਆ। ਅਸੀਂ ਜੀਵਨ ਦੇ ਅੰਦਰ ਉਹ ਕੰਮ ਕਰਨੇ ਸੀ, ਇਹਨਾਂ ਨੂੰ ਧਰਮ ਕਿਹਾ ਗਿਆ ਆ। ਧਰਮ ਦਾ ਅਰਥ ਕੀ ਹੈ? ਫਰਜ਼, ਡਿਊਟੀ, ਜ਼ਿੰਮੇਵਾਰੀ। ਜਿਵੇਂ ਸਾਡਾ ਫਰਜ਼ ਬਣਦਾ, ਇੱਕ ਮਾਂ ਬਾਪ ਦਾ ਆਪਣੇ ਬੱਚਿਆਂ ਪ੍ਰਤੀ ਕੀ ਫਰਜ਼ ਆ, ਕੀ ਧਰਮ ਹੈ। ਇੱਕ ਬੱਚਿਆਂ ਦਾ ਆਪਣੇ ਮਾਪਿਆਂ ਪ੍ਰਤੀ ਕੀ ਧਰਮ ਹੈ, ਕੀ ਫਰਜ਼ ਹੈ। ਕੋਈ ਵੀ ਕਿਰਤ ਕਰ ਰਿਹਾ ਆ, ਚਾਹੇ ਬਿਜ਼ਨਸਮੈਨ ਆ, ਚਾਹੇ ਕੋਈ ਵਪਾਰੀ ਆ, ਕੋਈ ਵੀ, ਉਹਦਾ ਧਰਮ ਕੀ ਹੈ। ਜਿਹੜੀ ਕਿਰਤ ਕਰ ਰਿਹਾ, ਉਹ ਕਿਰਤ ਦੇ ਪ੍ਰਤੀ ਉਹਦਾ ਧਰਮ ਕੀ ਹੈ। ਸਾਡਾ ਧਰਮ ਕੀ ਹੈ, ਸਮਾਜ ਦੇ ਪ੍ਰਤੀ ਸਾਡਾ ਧਰਮ ਕੀ ਹੈ। ਧਰਮ ਦਾ ਅਰਥ ਕੀ ਹੈ? ਜ਼ਿੰਮੇਵਾਰੀ ਨਿਭਾਉਣੀ, ਡਿਊਟੀ ਨਿਭਾਉਣੀ, ਆਪਣੀ ਜਿਹੜੀ ਫਰਜ਼ ਨਿਭਾਉਣੇ, ਜਿਹੜੇ ਸਾਡੇ ਫਰਜ਼ ਨੇ। ਅੱਜ ਅਸੀਂ ਫਰਜ਼ਾਂ ਤੋਂ ਅਵੇਸਲੇ ਹੋ ਗਏ, ਜ਼ਿੰਮੇਵਾਰੀਆਂ ਤੋਂ ਅਵੇਸਲੇ ਹੋ ਗਏ, ਜਿਸ ਕਰਕੇ ਜੀਵਨ ਦੇ ਵਿੱਚ ਧਰਮ ਨਹੀਂ ਰਿਹਾ। ਗੁਰੂ ਪਿਆਰ ਵਾਲਿਓ, ਇਹੋ ਜਿਹਾ ਸਮਾਂ ਆ ਗਿਆ, ਧਾਰਮਿਕ ਸਥਾਨਾਂ 'ਤੇ ਰਹਿ ਕੇ ਵੀ ਅਸੀਂ ਧਰਮ, ਆਪਣੇ ਜੀਵਨ ਨੂੰ ਧਰਮੀ ਨਹੀਂ ਬਣਾ ਸਕੇ। ਧਾਰਮਿਕ ਸਥਾਨਾਂ 'ਤੇ ਵੀ ਧਰਮ ਨਹੀਂ ਰਿਹਾ, ਧਰਮ ਖਤਮ ਹੋ ਗਿਆ। ਭਾਵ ਕਿ ਜਿਹੜੇ ਅਸਲ ਵਿੱਚ ਜਿਹੜੇ ਭਾਈ ਲਾਲੋ ਵਰਗੇ ਸੀ ਗੁਰੂ ਪਿਆਰ ਵਾਲਿਓ, ਉਹ ਅੱਜ ਵੀ ਜਿਹੜੇ ਧਰਮ ਤਾਂ ਕਮਾ ਰਹੇ ਆ, ਪਰ ਮਲਕ ਭਾਗੋਆਂ ਦੀ ਤਾਦਾਦ ਅੱਜ ਵੀ ਜ਼ਿਆਦਾ ਹੈ। ਜਿਹੜੇ ਦੂਜਿਆਂ ਦਾ ਹੱਕ ਮਾਰ ਰਹੇ ਆ, ਦੂਜਿਆਂ ਨਾਲ ਧੋਖਾ ਕਰ ਰਹੇ ਆ, ਪਰਾਇਆ ਹੱਕ ਖਾ ਰਹੇ ਆ, ਗੁਰੂ ਪਿਆਰ ਵਾਲੇ ਉਹਨਾਂ ਦੀ ਤਾਦਾਦ ਅੱਜ ਵੀ ਹੈ। ਸਾਡਾ ਧਰਮ ਕੀ ਬਣਦਾ ਸੀ ਕਿ ਅਸੀਂ ਸੱਚ ਦੇ ਨਾਲ ਖੜਨਾ ਸੀ। ਸਾਡਾ ਧਰਮ ਸੀ, ਸਾਡਾ ਫਰਜ਼ ਸੀ ਕਿ ਅਸੀਂ ਜੀਵਨ 'ਚ ਸੱਚ ਬੋਲਣਾ ਸੀ। ਸੱਚ ਬੋਲਣ ਦਾ ਅਰਥ ਕੀ ਆ ਗੁਰੂ ਪਿਆਰ ਵਾਲਿਓ? ਜੀਵਨ ਨੂੰ ਚੰਗੇ ਰਾਹ ਉੱਤੇ ਲੈ ਕੇ ਚੱਲਣਾ ਸੀਗਾ। ਅਸੀਂ ਮਾੜੀਆਂ ਵਿਚਾਰਾਂ ਨੂੰ, ਔਗਣਾਂ ਨੂੰ ਆਪਣੇ ਜੀਵਨ ਦਾ ਹਿੱਸਾ ਨਹੀਂ ਬਣਾਉਣਾ ਸੀ। ਧਰਮ ਵੇਖੋ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਨਿਭਾਇਆ ਨਾ, ਆਪਣਾ ਫਰਜ਼ ਨਿਭਾਇਆ ਨਹੀਂ ਸਮਾਜ ਪ੍ਰਤੀ, ਮਜ਼ਲੂਮਾਂ ਨੂੰ ਬਚਾਇਆ ਨਹੀਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪਣਾ ਫਰਜ਼ ਨਿਭਾਇਆ, ਆਪਣਾ ਧਰਮ ਨਿਭਾਇਆ। ਅੱਜ ਅਸੀਂ ਧਰਮ ਦਾ ਬਾਣਾ, ਧਰਮ ਦਾ ਪਹਿਰਾਵਾ ਪਾਇਆ, ਪਰ ਸਾਡੇ ਜੀਵਨ ਵਿੱਚੋਂ ਧਰਮ ਖਤਮ ਹੋ ਚੁੱਕਾ ਹੈ। ਧਰਮ ਦਾ ਪਹਿਰਾਵਾ ਪਾ ਕੇ ਵੀ ਸਾਡਾ ਜੀਵਨ ਜਿਹੜੇ ਲੋਕ ਲੁੱਟ ਰਹੇ ਆ, ਜਿਹੜੇ ਲੋਕ ਕਿਸੇ ਦਾ ਹੱਕ ਮਾਰ ਰਹੇ ਆ, ਸਾਡਾ ਜੀਵਨ ਅੱਜ ਉਹਨਾਂ ਦੇ ਨਾਲ ਖੜਾ ਹੈ। ਤੇ ਗੁਰੂ ਪਿਆਰ ਵਾਲਿਓ, ਇਹ ਧਰਤੀ ਜਿਹੜੀ ਸਾਨੂੰ ਧਰਮ ਕਮਾਉਣ ਵਾਸਤੇ ਦਿੱਤੀ ਸੀ, ਧਰਮ ਨੂੰ ਕਮਾਇਆ ਜਾਂਦਾ ਆ, ਧਰਮ ਦੀ ਪੂਜਾ ਨਹੀਂ ਕੀਤੀ ਜਾਂਦੀ। ਜਿਵੇਂ ਸਾਡੇ ਸਾਹਮਣੇ ਬਣਾ ਦਿੱਤਾ ਕਿ ਭਾਈ, ਜੇ ਤੁਸੀਂ ਕਿਸੇ ਧਾਰਮਿਕ ਸਥਾਨ ਵਿੱਚ ਜਾ ਕੇ ਪਾਠ ਪੂਜਾ ਕਰ ਲਓ, ਇਹ ਤੁਹਾਡਾ ਜੀਵਨ ਧਰਮੀ ਬਣ ਗਿਆ। ਗੁਰੂ ਪਿਆਰ ਵਾਲਿਓ, ਬੱਚੇ ਦਾ ਧਰਮ ਕੀ ਆ? ਜੇ ਮਾਂ-ਬਾਪ ਪੈਸਾ ਖਰਚ ਕਰਦੇ ਨੇ, ਉਹ ਆਪਣੀ ਪੜ੍ਹਾਈ ਵਧੀਆ ਕਰੇ, ਦਿਲ ਲਾ ਕੇ ਕਰੇ, ਤੇ ਆਪਣੇ ਉਸ ਪੜ੍ਹਾਈ ਦੇ ਵਿੱਚੋਂ ਸਫਲ ਹੋਵੇ, ਆਪਣੇ ਮਾਪਿਆਂ ਦੇ ਕੀਤੇ ਹੋਏ ਖਰਚੇ ਨੂੰ ਉਹਨੂੰ ਸਫਲਾ ਕਰੇ। ਇਹ ਹੈ ਬੱਚੇ ਦਾ ਧਰਮ, ਕਿ ਆਪਣੇ ਮਾਪਿਆਂ ਦਾ ਸਤਿਕਾਰ ਕਰੇ। ਇਹ ਬੱਚੇ ਦਾ ਧਰਮ ਹੈ। ਸਮਾਜ ਪ੍ਰਤੀ ਸਾਡੇ ਧਰਮ ਕੀ ਹੈ? ਕਿ ਸਮਾਜ ਦੇ ਵਿੱਚ ਰਹਿ ਕੇ ਅਸੀਂ ਸਮਾਜ ਦਾ ਭਲਾ ਸੋਚੀਏ, ਸਮਾਜ ਦਾ ਭਲਾ ਕਰੀਏ। ਕੇਵਲ ਅਸੀਂ ਆਪਣੇ ਘਰ ਦੀ ਚਾਰ ਦੀਵਾਰੀ ਤੱਕ ਸੀਮਤ ਨਾ ਰਹੀਏ, ਇਹ ਵੀ ਵੇਖੀਏ ਕਿ ਸਾਡੀ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਵੀ ਕੋਈ ਰਹਿੰਦਾ ਹੈ, ਅਸੀਂ ਉਹਦੇ ਬਾਰੇ ਵੀ ਚੰਗੀ ਸੋਚ ਰੱਖੀਏ। ਸਿਰਫ ਆਪਣਾ ਭਲਾ ਕਰਨਾ, ਪਾਤਸ਼ਾਹੀ ਬਾਣੀ ਬਚਨ ਕਰਦੀ ਹੈ, ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ। ਕਹਿੰਦੇ ਜਿਹੜਾ ਆਪਣਾ ਭਲਾ ਚਾਹੁੰਦੇ ਆ, ਉਹਨਾਂ ਦਾ ਭਲਾ ਕਦੇ ਨਹੀਂ ਹੁੰਦਾ। ਜਦੋਂ ਧਰਮ ਦੀ ਗੱਲ ਆ ਜਾਂਦੀ ਆ, ਧਰਮ ਦਾ ਅਰਥ ਕੀ ਹੈ? ਕਿ ਪਹਿਰਾਵਾ ਪਾ ਲੈਣਾ, ਟਿੱਕੇ ਲਾ ਲੈਣੇ, ਗਲ 'ਚ ਮਾਲਾ ਪਾ ਲੈਣੀਆਂ, ਇਹ ਧਰਮ ਨਹੀਂ ਹੁੰਦਾ। ਗੁਰੂ ਪਿਆਰ ਵਾਲਿਓ, ਧਰਮ ਕੀ ਹੈ? ਚੰਗੇ ਗੁਣਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ, ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣਾ, ਇਹ ਧਰਮ ਹੈ। ਪਾਤਸ਼ਾਹ ਜੀ ਦਾ ਬਚਨ ਆ, ਸਤਿਗੁਰ ਧਰਤੀ ਧਰਮ ਹੈ। ਮਾਲਕ ਜੀ ਕਹਿੰਦੇ ਸਤਿਗੁਰੂ ਵੀ ਧਰਤੀ ਦੇ ਸੁਭਾਅ ਵਾਂਗ ਉਹ ਵੀ ਧਰਮ ਨਿਭਾਉਂਦਾ ਆ। ਸਤਿਗੁਰੂ ਵੀ ਧਰਮ ਹੈ। ਜਿਵੇਂ ਧਰਤੀ ਨਾ, ਹੁਣ ਕੋਈ ਆਪਣੇ ਹੱਥ ਵਿੱਚ ਕਣਕ ਦੇ ਦਾਣੇ ਲੈ ਲਵੇ ਤੇ ਗੁਰੂ ਪਿਆਰ ਵਾਲਿਓ, ਉਹ ਆਖੇ, ਕੋਈ ਪੁੱਛੇ ਭਾਈ ਤੇਰੇ ਹੱਥ ਵਿੱਚ ਕੀ ਆ? ਉਹ ਆਖੇ ਭਾਈ ਛੋਲੇ ਆ। ਤੇ ਗੁਰੂ ਪਿਆਰ ਵਾਲਿਓ, ਹੱਥ ਵਿੱਚ ਕਣਕ ਦੇ ਦਾਣੇ ਆ, ਪਰ ਜੇ ਕੋਈ ਪੁੱਛੇ ਕੀ ਆ, ਉਹ ਆਖੇ ਛੋਲੇ ਹੱਥ ਵਿੱਚ। ਤੇ ਗੁਰੂ ਪਿਆਰ ਵਾਲਿਓ, ਮਨੁੱਖ ਜਿਹੜਾ ਕਿਸੇ ਨਾਲ ਝੂਠ ਬੋਲ ਸਕਦਾ ਆ, ਪਰ ਜੇਕਰ ਧਰਤੀ ਕਦੇ ਵੀ ਝੂਠ ਨਹੀਂ ਬੋਲਦੀ।
ਉਹਨਾਂ ਕਣਕ ਦੇ ਦਾਣਿਆਂ ਨੂੰ ਤੁਸੀਂ ਧਰਤੀ ਦੇ ਵਿੱਚ ਪਾ ਦਿਓ, ਉੱਥੇ ਛੋਲੇ ਪੈਦਾ ਨਹੀਂ ਹੋਣੇ, ਉੱਥੇ ਕਣਕ ਹੀ ਉੱਗੇਗੀ। ਧਰਤੀ ਦਾ ਸੁਭਾਅ ਆ ਗੁਰੂ ਪਿਆਰ ਵਾਲੇ ਜਿਵੇਂ ਸ਼ੀਸ਼ਾ ਆ। ਹੁਣ ਸ਼ੀਸ਼ਾ ਜਿਹੜਾ ਆ, ਕੋਈ ਮਨੁੱਖ ਹੱਥ ਵਿੱਚ ਪੱਥਰ ਲੈ ਕੇ ਉਹਦੇ ਸਾਹਮਣੇ ਚਲਾ ਜਾਵੇ ਤੇ ਆਖੇ ਕਿ ਮੇਰੇ ਮੱਥੇ 'ਤੇ ਜਿਹੜਾ ਕਲੰਕ ਲੱਗਾ ਹੋਇਆ, ਮੇਰੇ ਮੱਥੇ 'ਤੇ ਜਿਹੜਾ ਦਾਗ ਲੱਗਾ ਹੋਇਆ, ਸ਼ੀਸ਼ੇ ਨੂੰ ਆਖੇ ਕਿ ਭਾਈ ਤੂੰ ਇਹ ਦਾਗ ਨਹੀਂ ਦਿਖਾਉਣਾ, ਜੇ ਦਿਖਾਇਆ ਮੈਂ ਤੇਰੇ ਪੱਥਰ ਮਾਰ ਕੇ ਤੈਨੂੰ ਤੋੜ ਦੇਵਾਂਗਾ। ਉਹ ਜਿੰਨਾ ਮਰਜ਼ੀ ਆਖੇ, ਪਰ ਸ਼ੀਸ਼ਾ ਜਿਹੜਾ ਸੱਚ ਬੋਲਦਾ ਆ, ਉਹਨੇ ਤੇਰਾ ਅਕਸ਼ ਜਿਹੋ ਜਿਹਾ ਹੈ ਤੂੰ ਉਹੋ ਜਿਹਾ ਤੈਨੂੰ ਦਿਖਾਉਣਾ ਉਹਨੇ। ਹੁਣ ਕੋਈ ਮਨੁੱਖ ਇਹ ਆਖੇ ਕਿ ਹੱਥ ਵਿੱਚ ਪੱਥਰ ਲੈ ਕੇ ਸ਼ੀਸ਼ੇ ਮੂਹਰੇ ਜਾ ਕੇ ਖਲੋ ਜਾਵੇ ਤੇ ਸ਼ੀਸ਼ੇ ਨੂੰ ਆਖੇ ਕਿ ਭਾਈ ਤੂੰ ਮੈਨੂੰ ਸੁੰਦਰ ਦਿਖਾਉਣਾ, ਮੇਰਾ ਚਿਹਰਾ ਗੰਦਾ ਨਹੀਂ ਦਿਖਾਉਣਾ, ਬੇਨਤੀਆਂ ਕਰੇ, ਉਹਦੇ ਹੱਥ ਜੋੜੇ, ਪਰ ਸ਼ੀਸ਼ੇ ਨੇ ਤਾਂ ਆਪਣਾ ਕੰਮ ਕਰਨਾ, ਉਹਨੇ ਸੱਚ ਹੀ ਵਿਖਾਉਣਾ ਆ। ਇਸੇ ਤਰ੍ਹਾਂ ਗੁਰੂ ਪਿਆਰ ਵਾਲੀ ਜਿਹੜੀ ਧਰਤੀ ਹੈ, ਧਰਤੀ ਦੇ ਵਿੱਚ ਜੋ ਅਸੀਂ ਬੀਜਾਂਗੇ ਨਾ, ਧਰਤੀ ਨੇ ਉਹੀ ਸਾਡੇ ਸਾਹਮਣੇ ਰਿਜ਼ਲਟ ਦੇਣਾ ਆ। ਅਸੀਂ ਧਰਤੀ ਨੂੰ ਜਿੰਨਾ ਮਰਜ਼ੀ ਧਰਤੀ ਅੱਗੇ ਮੱਥਾ ਟੇਕੀਏ, ਚਮਾ ਬੇਨਤੀਆਂ ਕਰੀਏ, ਅਰਦਾਸਾਂ ਕਰੀਏ, ਧਰਤੀ ਦੇ ਵਿੱਚ ਜਿਹੜਾ ਬੀਜ ਪਾਵਾਂਗੇ ਉਹੀ ਉਹਦੇ ਵਿੱਚ ਪੈਦਾ ਹੋਣਾ, ਕਿਉਂਕਿ ਧਰਤੀ ਜਿਹੜੀ ਆ ਧਰਮ ਆ। ਤੇ ਧਰਮ ਦਾ ਅਰਥ ਕੀ ਆ? ਧਰਮ ਵੀ ਇਹੀ ਆ ਕਿ ਜੇਕਰ ਜੀਵਨ ਦੇ ਵਿੱਚ ਧਰਮ ਕਮਾਵਾਂਗੇ, ਜਿਹੜਾ ਬੰਦਾ ਧਰਮੀ ਹੁੰਦਾ ਨਾ ਗੁਰੂ ਪਿਆਰ ਵਾਲਿਓ, ਉਹ ਕਦੇ ਵੀ ਝੂਠ ਦਾ ਸਾਥ ਨਹੀਂ ਦਿੰਦਾ। ਜਿਹੜਾ ਬੰਦਾ ਧਰਮੀ ਹੁੰਦਾ ਆ, ਕਦੇ ਵੀ ਗਲਤ ਲੋਕਾਂ ਦੇ ਨਾਲ ਨਹੀਂ ਚੱਲਦਾ, ਉਹ ਕਦੇ ਵੀ ਵਿਕਦਾ ਨਹੀਂ। ਤੇ ਜਿਹੜੇ ਵਿਕ ਜਾਂਦੇ ਆ ਉਹ ਧਰਮੀ ਨਹੀਂ ਹੁੰਦੇ। ਧਰਮ ਕਦੇ ਵੀ ਵਿਕਾਊ ਨਹੀਂ ਹੁੰਦਾ, ਧਰਮ ਨੂੰ ਕਦੇ ਵੀ ਖਰੀਦਿਆ ਨਹੀਂ ਜਾ ਸਕਦਾ। ਤੇ ਜਿਹੜੇ ਖਰੀਦੇ ਜਾਂਦੇ ਅੱਜ ਕੱਲ੍ਹ, ਜਿਹੜੇ ਖਰੀਦੇ ਜਾਂਦੇ, ਵੇਚੇ ਜਾਂਦੇ, ਉਹ ਧਰਮ ਨਹੀਂ ਕਹੇ ਜਾ ਸਕਦੇ। ਜਿਹੜੇ ਆਪਣੇ ਆਪ ਨੂੰ ਬਾਹਰੀ ਤੌਰ 'ਤੇ ਧਰਮੀ ਦਿਖਾਉਂਦੇ ਆ ਤੇ ਖਰੀਦੇ ਵੀ ਜਾਂਦੇ, ਲਾਲਚ ਵਿੱਚ ਆ ਜਾਂਦੇ ਆ, ਉਹ ਧਰਮੀ ਨਹੀਂ ਹੋ ਸਕਦੇ। ਉਹ ਭੇਖ ਕਰਦੇ ਆ, ਉਹ ਪਖੰਡ ਕਰਦੇ ਆ। ਪਰ ਜਿਹੜਾ ਧਰਮ ਉਹ ਕਦੀ ਵੀ ਖਰੀਦਿਆ ਨਹੀਂ ਜਾ। ਜਿੱਥੇ ਧਰਮ ਹੈ ਉੱਥੇ ਇਨਸਾਫ ਆ। ਜਿੱਥੇ ਧਰਮ ਹੈਗਾ ਨਾ, ਜਿੱਥੇ ਫਰਜ਼, ਧਰਮ ਦਾ ਅਰਥ ਕੀ ਹੈ? ਫਰਜ਼। ਜਿੱਥੇ ਫਰਜ਼ਾਂ ਦੀ ਪਹਿਚਾਣ ਕੀਤੀ ਜਾਂਦੀ ਆ, ਜਿੱਥੇ ਸੱਚ ਹੈ। ਧਰਮ ਕੀ ਆ? ਬੋਲੀਏ ਸੱਚ। ਧਰਮ ਕੀ ਆ? ਸੱਚ ਬੋਲਣਾ। ਹੁਣ ਜਿੱਥੇ ਸੱਚ ਬੋਲਿਆ ਜਾਵੇ, ਸੱਚ ਦੀ ਵਿਚਾਰ ਹੋਵੇ ਗੁਰੂ ਪਿਆਰ ਵਾਲੇ, ਉੱਥੇ ਕਿਸੇ ਨਾਲ ਬੇਇਨਸਾਫੀ ਹੋ ਹੀ ਨਹੀਂ ਸਕਦੀ। ਉੱਥੇ ਹਰੇਕ ਦੇ ਨਾਲ ਇਨਸਾਫ ਹੋਵੇਗਾ, ਉੱਥੇ ਹਰੇਕ ਨੂੰ ਨਿਆਂ ਮਿਲੇਗਾ। ਪਰ ਗੁਰੂ ਪਿਆਰ ਵਾਲਿਓ, ਬੇਇਨਸਾਫੀ ਉੱਥੇ ਹੁੰਦੀ, ਕਿਸੇ ਨੂੰ ਨਿਆਂ ਉੱਥੇ ਨਹੀਂ ਮਿਲਦਾ ਜਿੱਥੇ ਝੂਠ ਹੈ, ਜਿੱਥੇ ਧਰਮ ਵਿਕਿਆ ਹੋਇਆ ਹੈ, ਜਿੱਥੇ ਧਰਮ ਦੇ ਨਾਂ 'ਤੇ ਸਿਰਫ ਲੁੱਟਿਆ ਜਾ ਰਿਹਾ ਆ। ਤੇ ਗੁਰੂ ਪਿਆਰ ਵਾਲੇ ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਕਹਿੰਦੇ ਨੇ, ਸਤਿਗੁਰ ਧਰਤੀ ਧਰਮਸ਼ਾਲ ਹੈ। ਮਾਲਿਕ ਜੀ ਕਹਿੰਦੇ ਨੇ ਸਤਿਗੁਰੂ ਵੀ ਜਿਹੜਾ ਇੱਕ ਧਰਤੀ ਦੇ ਵਾਂਗ ਆ, ਸਤਿਗੁਰੂ ਵੀ ਧਰਤੀ ਵਾਂਗ ਇੱਕ ਧਰਮ ਦੀ ਤਰ੍ਹਾਂ ਫਰਜ਼ ਨਿਭਾ ਰਿਹਾ। ਜਿਵੇਂ ਧਰਤੀ ਦੇ ਵਿੱਚ ਜਿਹੜਾ ਬੀਜ ਪਾਵਾਂਗੇ ਉਹ ਸਾਨੂੰ ਪ੍ਰਾਪਤ ਹੋਵੇਗਾ, ਇਸੇ ਤਰ੍ਹਾਂ ਹੀ ਗੁਰੂ ਦੇ ਕੋਲ ਲੈ ਕੇ ਜਿਹੜੀ ਭਾਵਨਾ ਲੈ ਕੇ ਆਵਾਂਗੇ ਉਹੀ ਫਲ ਸਾਨੂੰ ਮਿਲਣਾ ਹੈ। ਸਤਿਗੁਰ ਧਰਤੀ ਧਰਮ ਹੈ, ਤਿਸ ਵਿੱਚ ਜੇਹਾ ਕੋ ਬੀਜੈ ਤੇਹਾ ਫਲ ਪਾਏ। ਕਹਿੰਦੇ ਸਤਿਗੁਰੂ ਜਿਹੜਾ ਧਰਤੀ ਦੇ ਸੁਭਾਅ ਵਾਂਗ ਹੈ। ਗੁਰੂ ਪਿਆਰ ਵਾਲਿਓ, ਜਿਹੜਾ ਅਸੀਂ ਬੀਜਾਂਗੇ ਸਾਨੂੰ ਫਲ ਉਹੀ ਮਿਲਣਾ ਆ। ਜੇ ਗੁਰੂ ਕੋਲ ਜਿਹੜੀ ਭਾਵਨਾ ਲੈ ਕੇ ਅਸੀਂ ਆਵਾਂਗੇ ਤੇ ਸਾਡੇ ਜੀਵਨ ਦੇ ਅੰਦਰ ਉਹੋ ਜਿਹਾ ਸਾਨੂੰ ਫਲ ਪ੍ਰਾਪਤ ਹੋਣਾ। ਜੇ ਗੁਰੂ ਕੋਲ ਚੰਗੀ ਭਾਵਨਾ ਲੈ ਕੇ ਆਵਾਂਗੇ ਤੇ ਸਾਡਾ ਜੀਵਨ ਚੰਗਾ ਬਣੇਗਾ। ਜੇਕਰ ਮਾੜੀ ਭਾਵਨਾ, ਕਿਸੇ ਦੇ ਵਿਰੁੱਧ ਲੈ ਕੇ ਭਾਵਨਾ ਲੈ ਕੇ ਆਵਾਂਗੇ, ਈਰਖਾ ਲੈ ਕੇ ਆਵਾਂਗੇ, ਤੇ ਸਾਡਾ ਜੀਵਨ ਉਹੋ ਜਿਹਾ ਬਣਨਾ। ਮਾਲਕ ਨੇ ਉਹੋ ਜਿਹਾ ਫਲ ਸਾਡੇ ਜੀਵਨ ਨੂੰ ਲਾਉਣਾ ਆ। ਮਾਲਕ ਜੀ ਕਹਿੰਦੇ ਨੇ, ਜਿਨ੍ਹਾਂ ਨੇ ਪ੍ਰਭੂ ਦੇ ਨਾਮ ਦਾ ਬੀਜ ਪਾਇਆ ਉਹਨਾਂ ਦਾ ਜੀਵਨ ਨਾਮ ਦੇ ਰੰਗ ਵਿੱਚ ਰੰਗਿਆ ਜਾਵੇਗਾ। ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਨਾਮ ਦਾ ਬੀਜ ਛੱਡ ਕੇ ਔਗੁਣਾ ਦਾ ਬੀਜ ਪਾਇਆ, ਉਹਦਾ ਜੀਵਨ ਔਗੁਣਾ ਵਾਲਾ ਬਣ ਜਾਵੇਗਾ। ਪਾਤਸ਼ਾਹ ਜੀ ਕਹਿੰਦੇ ਨੇ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਗੁਰੂ ਪਿਆਰ ਵਾਲਿਓ, ਮਾਲਿਕ ਜੀ ਕਹਿੰਦੇ ਨੇ, ਇਹ ਧਰਤੀ ਜਿਹੜੀ ਧਰਮ ਕਮਾਉਣ ਦੀ ਥਾਂ ਆ, ਇਸ ਧਰਤੀ ਉੱਤੇ ਤੂੰ ਆਇਆ ਆ ਤੇ ਆਪਣੇ ਫਰਜ਼ਾਂ ਦੀ ਪਹਿਚਾਣ ਕਰ। ਤੇਰੇ ਫਰਜ਼ ਕੀ ਆ? ਅੱਜ ਸਾਨੂੰ ਫਰਜ਼ ਪਹਿਚਾਨਣ ਦੀ ਲੋੜ ਆ। ਸਾਡਾ ਕੀ ਫਰਜ਼ ਬਣਦਾ? ਅਸੀਂ ਕਿਸ ਮਨੁੱਖ ਨੂੰ ਡਿਊਟੀ ਤੇ ਲਾਉਣਾ, ਸੱਚੇ ਨੂੰ ਲਾਉਣਾ ਕਿ ਝੂਠੇ ਨੂੰ ਲਾਉਣਾ? ਇਹ ਸਾਨੂੰ ਅੱਜ ਫਰਜ਼ਾਂ ਦੀ ਪਹਿਚਾਣ ਕਰਨੀ ਪੈਣੀ ਆ ਕਿ ਅਸੀਂ ਕਿਹੜਾ ਮਨੁੱਖ ਸਾਡੇ ਲਈ ਵਧੀਆ ਹੈ, ਕਿਹਨੇ ਸਾਡੇ ਜੀਵਨ ਨੂੰ ਸੋਹਣਾ ਬਣਾਉਣਾ, ਕਿਹਨੇ ਸਾਡੇ ਕੰਮਾਂ ਨੂੰ ਸਵਾਰਨਾ ਆ। ਇਹ ਸਾਡਾ ਫਰਜ਼ ਬਣਦਾ।
ਅੱਜ ਅਸੀਂ ਆਪਣੇ ਫਰਜ਼ ਭੁੱਲ ਜਾਂਦੇ ਹਾਂ। ਕੋਈ ਚਾਰ ਛਿੱਲਣਾ ਪਿੱਛੇ ਆਪਣੇ ਫਰਜ਼ ਨੂੰ ਜਿਹੜਾ ਵਿਕਾ ਦਿੰਦਾ ਆ, ਆਪਣੀ ਜ਼ਿੰਮੇਵਾਰੀ ਭੁੱਲ ਜਾਂਦਾ। ਕੋਈ ਨਸ਼ੇ ਪਿੱਛੇ, ਕੋਈ ਨਾ ਕੋਈ ਲਾਲਚ ਮਨ ਵਿੱਚ ਹੁੰਦਾ, ਸਵਾਰਥ ਪੂਰਾ ਕਰਨ ਵਾਸਤੇ ਕਿ ਭਾਈ ਮੇਰਾ ਕੰਮ ਬਣ ਜੇ, ਬਾਕੀਆਂ ਦਾ ਭਾਵੇਂ ਬਣੇ ਨਾ ਬਣੇ, ਪਰ ਮੇਰਾ ਕੰਮ ਜਿਹੜਾ ਸਬਰ ਜੇ, ਮੇਰਾ ਕੰਮ ਸੋਹਣਾ ਬਣ ਜਾਵੇ। ਪਾਤਸ਼ਾਹ ਜੀ ਕਹਿੰਦੇ ਦੂਜਿਆਂ ਵਾਸਤੇ ਕੋਈ ਨਹੀਂ ਝੁਕਦਾ, ਆਪਣੇ ਵਾਸਤੇ ਤਾਂ ਹਰ ਕੋਈ ਮਨੁੱਖ ਝੁਕ ਜਾਂਦਾ ਆ, ਆਪਣਿਆਂ ਦੀ ਖਾਤਰ ਹਰੇਕ ਕੋਈ ਝੁਕਦਾ ਆ, ਪਰ ਕਿਸੇ ਦੂਸਰੇ ਵਾਸਤੇ ਨਹੀਂ ਝੁਕਦਾ। ਤੇ ਗੁਰੂ ਪਿਆਰ ਵਾਲਿਓ, ਪਾਤਸ਼ਾਹ ਜੀ ਕਹਿੰਦੇ ਨੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਮਾਲਿਕ ਜੀ ਬਚਨ ਕਰਦੇ ਨੇ ਤਿਸ ਵਿੱਚ ਜੀ ਜੁਗਤ ਕੇ ਰੰਗ। ਕਹਿੰਦੇ ਇਸ ਧਰਤੀ ਉਤੇ ਕਹਿੰਦੇ ਅਨੇਕਾਂ ਜੀਵ ਜਿਹੜੇ ਰਹਿ ਰਹੇ ਨੇ, ਜਿਨ੍ਹਾਂ ਜੀਵਾਂ ਦੀ ਰਹਿਣ ਦੀ ਜੁਗਤੀ ਵੀ ਉਸ ਮਾਲਕ ਨੇ ਬਣਾ ਦਿੱਤੀ। ਅਨੇਕਾਂ ਰੰਗਾਂ ਦੇ ਕਈ ਕਿਸਮਾਂ ਦੇ ਜੀਵ ਜਿਹੜੇ ਇਸ ਧਰਤੀ ਤੇ ਰਹਿ ਰਹੇ ਨੇ। ਕਹਿੰਦੇ ਤਿੰਨ ਕੇ ਨਾਮ ਅਨੇਕ ਅਨੰਤ। ਕਹਿੰਦੇ ਉਹਨਾਂ ਦੇ ਅਨੇਕਾਂ ਨਾਮ, ਅਣਗਿਣਤ ਨਾਮ, ਕੋਈ ਇੱਕ ਨਾਂ ਨਹੀਂ, ਪਤਾ ਨਹੀਂ ਅਣਗਿਣਤ ਨਾਮ। ਅਨੇਕਾਂ ਰੰਗਾਂ ਦੇ ਕਿਸਮਾਂ ਦੇ ਜੀਵ ਆ ਇਸ ਧਰਤੀ ਉੱਤੇ। ਹੁਣ ਮਾਲਕ ਜੀ ਕਹਿੰਦੇ ਉਹ ਜਿਹੜੇ ਜੀਵ ਰਹਿ ਰਹੇ ਨੇ ਸਾਰੇ ਅਸੀਂ ਵਿੱਚ ਆ ਜਾਂਦੇ, ਪਰ ਸਾਡੇ ਜੀਵਨ ਦਾ ਨਿਬੇੜਾ ਕਿਵੇਂ ਹੋਣਾ? ਸਾਡੇ ਕਰਮਾਂ ਦੇ ਉੱਤੇ। ਕਰਮੀ ਹੋਏ ਵਿਚਾਰ। ਕਰਮੀ ਦਾ ਮਤਲਬ ਸਾਡੇ ਕਰਮ, ਸਾਡੇ ਜੀਵਨ ਦਾ ਨਿਬੇੜਾ ਸਾਡੇ ਕਰਮਾਂ 'ਤੇ ਹੋਣਾ। ਭਾਵੇਂ ਜਿੰਨਾ ਮਰਜ਼ੀ ਅਸੀਂ ਯਤਨ ਕਰ ਲਈਏ, ਭਾਵੇਂ ਜਿੰਨੇ ਮਰਜ਼ੀ ਕੋਈ ਵੀ ਢੰਗ ਤਰੀਕੇ ਵਰਤ ਲਈਏ, ਪਰ ਸਾਡੇ ਕਰਮ ਵੇਖੇ ਜਾਣੇ ਆ। ਮਾਲਕ ਪ੍ਰਭੂ ਦੀ ਸ਼ਰਨ ਵਿੱਚ ਸਾਡਾ ਕਰਮ ਵੇਖਿਆ ਜਾਣਾ, ਅਸੀਂ ਕਰਮ ਕਿਹੋ ਜਿਹਾ ਕੀਤਾ। ਗੁਰੂ ਪਿਆਰ ਵਾਲਿਓ, ਕਈ ਵਾਰੀ ਕੀ ਹੁੰਦਾ, ਇੱਕ ਨਸ਼ੇੜੀ ਬੰਦਾ, ਇੱਕ ਗਲਤ ਬੰਦਾ, ਮੰਨ ਲਓ ਕਈ ਵਾਰੀ ਕੀ ਹੁੰਦਾ, ਜਦੋਂ ਨਾ ਕਿਸੇ ਧਾਰਮਿਕ ਸਥਾਨ 'ਤੇ ਕਿਸੇ ਬੰਦੇ ਦੀ ਮੌਤ ਹੋ ਜਾਵੇ, ਮੰਨ ਲਓ ਕੋਈ ਸਰੋਵਰ ਵਿੱਚ ਡੁੱਬ ਜਾਵੇ ਜਾਂ ਕੋਈ ਹੋਰ ਕਿਸੇ ਤਰ੍ਹਾਂ ਵੀ, ਤੇ ਅਸੀਂ ਕਹਿੰਦੇ ਇਹ ਬੜਾ ਵੱਡਿਆਂ ਭਾਗਾਂ ਵਾਲਾ ਆ, ਇਹਦੀ ਤਾਂ ਧਾਰਮਿਕ ਸਥਾਨ 'ਤੇ ਮੌਤ ਹੋਈ ਹੈ, ਤਾਂ ਬਹੁਤ ਵੱਡਿਆਂ ਭਾਗਾਂ ਵਾਲਾ, ਭਾਈ ਇਹਨੇ ਬੜੇ ਚੰਗੇ ਕੰਮ ਕੀਤੇ ਹੋਣੇ ਆ। ਹੁਣ ਸਾਨੂੰ ਵੀ ਪਤਾ ਕਿ ਭਾਈ ਉਹ ਕੰਮ ਕਿੱਦਾਂ ਦੇ ਕਰਦਾ ਰਿਹਾ। ਤੇ ਗੁਰੂ ਪਿਆਰ ਵਾਲਿਓ, ਉੱਥੇ ਵੀ ਸਾਡੇ ਕਰਮ ਵੇਖੇ ਜਾਣੇ ਆ। ਸਾਡੇ ਕਰਮ ਕਿਹੋ ਜਿਹੇ ਆ, ਸਾਡੇ ਕਰਮਾਂ ਦੇ ਮੁਤਾਬਕ ਹੀ ਸਾਡੇ ਜੀਵਨ ਦਾ ਨਿਪਟਾਰਾ ਹੋਣਾ ਆ। ਜੇ ਅਸੀਂ ਕਰਮ ਚੰਗੇ ਕਰਾਂਗੇ ਤੇ ਗੁਰੂ ਪਿਆਰ ਵਾਲਿਓ, ਮੌਤ ਦਾ ਭਾਵੇਂ ਕਿਸੇ ਜਿੱਦਾਂ ਦੀ ਮਰਜ਼ੀ ਜਗ੍ਹਾ ਹੋਵੇ, ਭਾਵੇਂ ਗੰਦੀ ਹੋਵੇ, ਉੱਥੇ ਵੀ ਹੋ ਜਾਵੇ, ਉੱਥੇ ਵੀ ਸਾਡੇ ਕਰਮ ਵੇਖੇ ਜਾਣੇ ਆ ਕਿ ਸਾਡਾ ਜੀਵਨ ਕਿੰਨਾ ਸੋਹਣਾ ਆ, ਕਿੰਨਾ ਦੇ ਅਸੀਂ ਕਰਮ ਕੀਤੇ, ਕਿੱਦਾਂ ਦੇ ਜੀਵਨ ਅੰਦਰ ਕੰਮ ਕੀਤੇ ਨੇ। ਪਾਤਸ਼ਾਹ ਕਹਿੰਦੇ ਨੇ ਕਰਮੀ ਹੋਏ ਵਿਚਾਰ। ਕਹਿੰਦੇ ਤੇਰੇ ਕਰਮਾਂ 'ਤੇ ਦੇਖਿਆ ਜਾਣਾ, ਤੇਰੇ ਕਰਮਾਂ 'ਤੇ ਡਿਪੈਂਡ ਆ ਤੇਰਾ ਜੀਵਨ ਕਿਹੋ ਜਿਹਾ ਆ। ਜੇਕਰ ਜੋ ਤੇਰੇ ਕਰਮਾਂ ਦੀ ਵਿਚਾਰ ਚਰਚਾ ਕੀਤੀ ਜਾਣੀ, ਫਿਰ ਪਤਾ ਲੱਗਣਾ ਕਿ ਤੂੰ ਜੀਵਨ 'ਚ ਧਰਮ ਕਮਾਇਆ ਕਿ ਨਹੀਂ ਕਮਾਇਆ। ਸੱਚਾ ਆਪ ਸੱਚਾ ਦਰਬਾਰ। ਕਹਿੰਦੇ ਉਹ ਪ੍ਰਭੂ ਵੀ ਸੱਚਾ ਆ ਤੇ ਉਹਦਾ ਦਰਬਾਰ ਵੀ ਸੱਚਾ ਆ, ਉਹਦਾ ਇਨਸਾਫ ਵੀ ਸੱਚਾ ਆ, ਜਿੱਥੇ ਤੇਰਾ ਜੀਵਨ ਦਾ ਨਿਪਟਾਰਾ ਹੋਣਾ ਆ, ਕਿਉਂਕਿ ਉਹਦਾ ਦਰਬਾਰ ਵੀ ਸੱਚਾ, ਆਪ ਵੀ ਸੱਚਾ ਆ, ਉਹਨੂੰ ਖਰੀਦਿਆ ਨਹੀਂ ਜਾ ਸਕਦਾ। ਅਕਾਲ ਪੁਰਖ ਦਾ ਜਿਹੜਾ ਨਿਆਂ ਆ ਉਹ ਸਾਰਿਆਂ ਲਈ ਬਰਾਬਰ ਹੈ। ਇਹ ਦੁਨੀਆ ਦੀਆਂ ਅਦਾਲਤਾਂ ਦਾ ਖਰੀਦੀਆਂ ਜਾਂਦੀਆਂ, ਇਹਨਾਂ ਵਿੱਚ ਇਨਸਾਫ ਨਹੀਂ ਮਿਲਦਾ, ਇਹਨਾਂ ਵਿੱਚ ਕਿਸੇ ਦੀ ਸੁਣਵਾਈ ਨਹੀਂ ਹੁੰਦੀ। ਇੱਥੇ ਸੁਣਵਾਈ ਸਿਰਫ ਉਹਦੀ ਹੁੰਦੀ ਜਿਹਦੇ ਕੋਲ ਪੈਸੇ ਨੇ, ਜਿਹਦੇ ਕੋਲ ਧਨ ਦੌਲਤ ਆ। ਜਿਹੜਾ ਪੈਸੇ ਜ਼ਿਆਦਾ ਚੜਾਵੇਗਾ ਉਹਦੀ ਗੱਲ ਸੁਣੀ ਜਾਣੀ ਆ, ਜਿਹੜਾ ਪੈਸਾ ਨਹੀਂ ਚੜਾਵੇਗਾ ਉਹਦੀ ਗੱਲ ਨਹੀਂ ਸੁਣੀ ਜਾਣੀ। ਚਾਹੇ ਭਾਵੇਂ ਅਦਾਲਤਾਂ ਲੈ ਲਈਏ, ਚਾਹੇ ਅਫਸਰਸ਼ਾਹੀ ਲੋਕ ਲੈ ਲਈਏ, ਕੋਈ ਵੀ, ਕਿਉਂਕਿ ਇਹ ਸਮਾਜ ਇੱਦਾਂ ਦਾ, ਇਹ ਖਰੀਦਿਆ ਵੇਚਿਆ, ਇੱਥੇ ਨਿਆਂ ਖਰੀਦਿਆ ਜਾਂਦਾ ਵੇਚਿਆ ਜਾਂਦਾ ਆ। ਇੱਥੇ ਸਿਰਫ ਪੈਸਾ ਚੱਲਦਾ ਆ, ਪੈਸੇ ਵਾਲੇ ਨੂੰ ਪੁੱਛਿਆ ਜਾਂਦਾ, ਪੈਸੇ ਵਾਲੇ ਦਾ ਸਤਿਕਾਰ ਹੈ, ਪੈਸੇ ਵਾਲੇ ਦਾ ਆਦਰ ਮਾਣ ਹੈ। ਜਿਹਦੇ ਕੋਲ ਪੈਸਾ ਨਹੀਂ ਹੈ ਉਹ ਕੁਛ ਨਹੀਂ ਕਰ ਸਕਦਾ। ਤੇ ਗੁਰੂ ਪਿਆਰ ਵਾਲਿਓ, ਪਰ ਜਿਹੜਾ ਮਾਲਕ ਦਾ ਦਰਬਾਰ ਹੈ, ਸੱਚ ਹੈ, ਉਹ ਆਪ ਵੀ ਸੱਚਾ ਆ ਤੇ ਉਹਦਾ ਦਰਬਾਰ ਵੀ ਸੱਚਾ, ਉਹਦਾ ਨਿਆਂ ਵੀ ਸੱਚ ਹੈ। ਤੇ ਉਹ ਮਾਲਕ ਦਾ ਦਰਬਾਰ ਕੀ ਹੈ? ਸੰਸਾਰ। ਗੁਰੂ ਪਿਆਰ ਵਾਲਿਓ, ਉਹਦਾ ਇਨਸਾਫ ਕੀ ਹੈ? ਉਹਦੇ ਕਰਮ, ਜਿਹੋ ਜਿਹੇ ਕਰਮ ਅਸੀਂ ਕਰਾਂਗੇ ਉਹੋ ਜਿਹਾ ਸਾਡਾ ਜੀਵਨ ਬਣ ਜਾਣਾ, ਉਹੋ ਜਿਹਾ ਸਾਨੂੰ ਫਲ ਮਿਲ ਜਾਣਾ। ਇਹ ਉਹਦਾ ਨਿਆਂ ਆ। ਨਾਨਕ ਜੀ ਉਪਾਏ ਕੈ ਲਿਖ ਨਾਵੇਂ ਧਰਮ ਵਿਹਾਲਿਆ। ਉਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਮਾਲਿਕ ਜੀ ਕਹਿੰਦੇ ਉੱਥੇ ਸੱਚਿਆਂ ਦਾ ਹੀ ਨਿਪਟਾਰਾ ਹੋਣਾ ਆ। ਜਿਹੜੇ ਸੱਚੇ ਹੋਣਗੇ ਉਹ ਤਾਂ ਸ਼ੋਭਾ ਪਾਉਣਗੇ, ਇੱਜ਼ਤ ਪ੍ਰਾਪਤ ਕਰਨਗੇ, ਪਰ ਜਿਹੜੇ ਝੂਠੇ ਹੋਣਗੇ ਉਹ ਸ਼ੋਭਾ ਨਹੀਂ ਪ੍ਰਾਪਤ ਕਰ ਸਕਣਗੇ, ਉਹ ਜੀਵਨ 'ਚ ਦੁਖੀ ਹੋਣਗੇ। ਚੁਣ ਵੱਖ ਕੱਢੇ ਜਜਮਾਲਿਆ। ਮਾਲਕ ਚੁਣ ਕੇ ਉਹਨਾਂ ਨੂੰ ਵੱਖ ਕਰ ਦੇਵੇਗਾ, ਬਾਹਰ ਕੱਢ ਦੇਵੇਗਾ।
ਜਿਹੜੇ ਸੱਚੇ ਹੋਣਗੇ ਉਹਨਾਂ ਨੂੰ ਰੱਖ ਲਵੇਗਾ, ਆਪਣੇ ਚਰਨਾਂ ਦੇ ਨਾਲ ਜੋੜ ਲਵੇਗਾ। ਗੁਰੂ ਪਿਆਰ ਵਾਲਿਓ, ਕੋਈ ਦਰਬਾਰ ਵੀ ਪਰਮਾਤਮਾ ਦਾ ਕੋਈ ਉੱਪਰ ਨਹੀਂ, ਕੋਈ ਸਪੈਸ਼ਲ ਕਿਤੇ ਬਣਿਆ ਹੋਇਆ। ਇਹ ਸਾਰਾ ਸੰਸਾਰ ਹੀ ਉਹਦਾ ਦਰਬਾਰ ਆ, ਉਹਦਾ ਘਰ ਹੈ। ਭਾਵ ਕਿ ਉਹਦਾ ਨਿਆਂ ਕਿਵੇਂ ਹੁੰਦਾ ਆ? ਜੇਹਾ ਬੀਜੈ ਸੋ ਲੁਣੈ, ਇਹ ਉਹਦਾ ਨਿਆਂ ਆ। ਜਿਹੜਾ ਬੀਜੇਗਾ ਉਹੀ ਫਲ ਪ੍ਰਾਪਤ ਕਰੇਗਾ। ਜਿਵੇਂ ਧਰਤੀ ਵਿੱਚ ਜਿਹੜਾ ਅਸੀਂ ਬੀਜਾਂਗੇ, ਧਰਤੀ ਵੀ ਸਾਰਿਆਂ ਨਾਲ ਇਨਸਾਫ ਕਰਦੀ ਨਾ। ਹੁਣ ਧਰਤੀ 'ਤੇ ਅਸੀਂ ਜਿਹੜਾ ਜਿਹੋ ਜਿਹਾ ਚੀਜ਼ ਪਾਵਾਂਗੇ ਉਹੋ ਜਿਹਾ ਫਲ ਮਿਲਣਾ। ਹੁਣ ਵੇਖੋ ਧਰਤੀ ਆ, ਧਰਤੀ ਦੇ ਇੱਕ ਹਿੱਸੇ ਉੱਤੇ, ਧਰਤੀ ਦੇ ਕਿਸੇ ਵੀ ਜਗ੍ਹਾ 'ਤੇ ਕੋਈ ਜਿਹੜਾ ਕੱਖ ਕੂੜਾ ਸੁੱਟਦਾ ਆ, ਢੇਰ ਸੁੱਟਦਾ ਆ, ਠੀਕ ਹੈ ਜੀ, ਉੱਥੇ ਗੰਦੀ ਜਗ੍ਹਾ ਹੋ ਜਾਂਦੀ ਆ। ਜਦੋਂ ਵੀ ਅਸੀਂ ਉੱਥੋਂ ਦੀ ਨਿਕਲਦੇ ਹਾਂ, ਅਸੀਂ ਨੱਕ 'ਤੇ ਹੱਥ ਰੱਖ ਲੈਨੇ, ਭਾਈ ਤਾਂ ਗੰਦੀ ਜਗ੍ਹਾ ਆ। ਇੱਕ ਪਾਸੇ ਧਰਤੀ 'ਤੇ ਕੋਈ ਮਨੁੱਖ ਫੁੱਲਾਂ ਦੀ ਕਿਆਰੀ ਬੀਜ ਰਿਹਾ ਆ, ਫੁੱਲ ਲਾ ਰਿਹਾ ਆ, ਤੇ ਗੁਰੂ ਪਿਆਰ ਵਾਲੇ ਉੱਥੇ ਅਸੀਂ ਕਹਿੰਦੇ ਕਿ ਭਾਈ ਅਸੀਂ ਇੱਥੋਂ ਹਿੱਲਿਆ ਹੀ ਨਾ, ਇੱਥੇ ਫੁੱਲ ਲੱਗੇ ਹੋਏ ਆ, ਬੜੀ ਸੋਹਣੀ ਖੁਸ਼ਬੂ ਆ ਰਹੀ ਆ। ਹੁਣ ਹੈ ਤਾਂ ਧਰਤੀ ਇੱਕੋ ਹੀ ਆ। ਹੁਣ ਜਿਹਨੇ ਗੰਦਗੀ ਬੀਜੀ ਆ ਉੱਥੇ ਫਿਰ ਉਹੋ ਜਿਹਾ ਸਾਨੂੰ, ਉੱਥੇ ਫਿਰ ਅਸੀਂ ਨੱਕ ਹੀ ਢੱਕ ਕੇ ਜਾਵਾਂਗੇ। ਹੁਣ ਜੇਕਰ ਦੂਸਰੇ ਪਾਸੇ ਕਿਆਰੀ ਬੀਜੀ ਹੋਈ ਆ, ਉੱਥੇ ਫਿਰ ਅਸੀਂ ਖੁਸ਼ਬੂ ਲਵਾਂਗੇ, ਉੱਥੇ ਸੋਹਣਾ ਲੱਗੇਗਾ, ਚੰਗਾ ਲੱਗੇਗਾ, ਖੜਨਾ ਵੀ ਚੰਗਾ ਲੱਗੇਗਾ। ਹੁਣ ਇਹ ਸਾਡੇ 'ਤੇ ਡਿਪੈਂਡ ਕਰਦਾ ਨਾ ਕਿ ਅਸੀਂ ਧਰਤੀ ਨੂੰ ਕਿਸ ਤਰ੍ਹਾਂ ਵਰਤਣਾ ਆ। ਇਹ ਸਾਡੀ ਹਿਰਦੇ ਰੂਪੀ ਵੀ ਧਰਤੀ ਆ। ਜੇਕਰ ਅਸੀਂ ਇਹਦੇ ਵਿੱਚ ਚੰਗਾ ਪਾਵਾਂਗੇ, ਜੀਵਨ ਚੰਗਾ ਬਣੇਗਾ, ਸਾਡੇ ਜੀਵਨ 'ਚ ਗੁਣਾਂ ਦੀ ਖੁਸ਼ਬੂ ਆਵੇਗੀ। ਪਰ ਜੇਕਰ ਇਹਦੇ ਵਿੱਚ ਮਾੜਾ ਬੀਜ ਪਾਵਾਂਗੇ, ਸਾਡੇ ਜੀਵਨ ਵਿੱਚ ਔਗਣਾਂ ਦੀ ਬਦਬੂ ਆਵੇਗੀ। ਇਹ ਸਾਡੇ 'ਤੇ ਡਿਪੈਂਡ ਕਰਦਾ ਅਸੀਂ ਵਰਤਣਾ ਕਿਵੇਂ ਆ। ਅੱਜ ਵੇਖੋ ਸਾਡੇ ਸਮਾਜ ਦੇ ਵਿੱਚ ਕਿੰਨੇ ਲੋਕ ਆ ਇਸ ਸਰੀਰ ਨੂੰ ਵਰਤ ਰਹੇ ਆ। ਕੋਈ ਨਸ਼ਾ ਪਾ ਰਿਹਾ ਇਹਦੇ ਸਰੀਰ 'ਚ, ਕੋਈ ਗਲਤ ਪਦਾਰਥ ਪਾਈ ਜਾ ਰਿਹਾ ਆ, ਤੇ ਜੀਵਨ ਦੇ ਵਿੱਚ ਫਿਰ ਰਿਜ਼ਲਟ ਤਾਂ ਮਿਲਣਾ ਹੀ ਆ। ਨਸ਼ਾ ਖਾਵੇਗਾ ਫਿਰ ਲੀਵਰ ਤਾਂ ਫੇਲ ਹੋਣਾ, ਗੁਰਦੇ ਦਾ ਫੇਲ ਹੋਣੇ ਆ, ਫਿਰ ਸਰੀਰ ਨੂੰ ਨੁਕਸਾਨ ਤਾਂ ਪਹੁੰਚਣਾ ਆ। ਗੁਰੂ ਪਿਆਰ ਵਾਲਿਓ, ਜਿਵੇਂ ਕਈ ਵਾਰੀ ਬੰਦਾ ਕਹਿੰਦਾ ਥੋੜ੍ਹਾ ਜਿਹਾ ਨਸ਼ਾ ਕੀਤਾ, ਜ਼ਿਆਦਾ ਨਹੀਂ ਕੀਤਾ। ਗੁਰੂ ਪਿਆਰ ਵਾਲਿਓ, ਜਿਹੜਾ ਜ਼ਹਿਰ ਹੁੰਦਾ ਨਾ, ਉਹ ਭਾਵੇਂ ਬੂੰਦ ਵੀ ਪੀ ਲਈਏ ਤਾਂ ਵੀ ਜੀਵਨ ਨੂੰ ਖਤਮ ਕਰ ਦਿੰਦਾ। ਤੇ ਨਸ਼ਾ ਭਾਵੇਂ ਬੂੰਦ ਪੀ ਲਈਏ, ਭਾਵੇਂ ਜ਼ਿਆਦਾ ਪੀ ਲਈਏ, ਉਹਨੇ ਸਰੀਰ ਨੂੰ ਨੁਕਸਾਨ ਦੇਣਾ ਹੀ ਦੇਣਾ ਆ। ਕਿਉਂਕਿ ਸਾਡਾ ਸਰੀਰ ਵੀ ਇੱਕ ਧਰਮ ਹੈ, ਧਰਤੀ ਆ। ਇਹਦੇ ਵਿੱਚ ਜਿਹੜਾ ਚੀਜ਼ ਪਾਵਾਂਗੇ ਉਹੋ ਜਿਹਾ ਜੀਵਨ ਬਣਨਾ ਆ। ਜਿਵੇਂ ਇਹ ਧਰਤੀ ਆ, ਇਹਦੇ ਵਿੱਚ ਜੋ ਪਾਵਾਂਗੇ ਉਹੀ ਫਲ ਸਾਨੂੰ ਮਿਲਣਾ, ਪ੍ਰਾਪਤ ਹੋਣਾ। ਇਸੇ ਤਰ੍ਹਾਂ ਸਾਡਾ ਜੀਵਨ ਵੀ ਇੱਕ ਧਰਤੀ ਹੈ, ਸਾਡਾ ਹਿਰਦੇ ਰੂਪੀ ਇਹ ਧਰਤੀ ਆ। ਇਹਦੇ ਵਿੱਚ ਜੇਕਰ ਚੰਗਾ ਪਾਵਾਂਗੇ, ਚੰਗਾ ਜੀਵਨ ਬਣੇਗਾ। ਇਸੇ ਤਰ੍ਹਾਂ ਸਤਿਗੁਰੂ ਵੀ ਇੱਕ ਧਰਤੀ ਦੇ ਸੁਭਾਅ ਵਾਂਗ, ਸਤਿਗੁਰੂ ਦਾ ਸੁਭਾਅ ਵੀ ਇੱਕ ਧਰਤੀ ਵਾਂਗ ਆ। ਜਿਹੋ ਜੀ ਭਾਵਨਾ ਲੈ ਕੇ ਅਸੀਂ ਗੁਰੂ ਕੋਲ ਆਵਾਂਗੇ, ਉਹੋ ਜਿਹਾ ਸਾਡਾ ਜੀਵਨ ਬਣੇਗਾ, ਉਹੋ ਜਿਹਾ ਸਾਨੂੰ ਫਲ ਮਿਲਣਾ ਆ। ਤੇ ਇੱਥੇ ਜਿਹੜੀ ਫਿਰ ਕਰਮਾਂ ਦੀ, ਸਾਡੇ ਕਰਮਾਂ 'ਤੇ ਨਿਬੇੜਾ ਹੋਣਾ, ਤੇ ਕਰਮ ਚੰਗੇ ਕੀਤੇ ਕਿ ਮਾੜੇ ਕੀਤੇ ਆ। ਤੇ ਮਾਲਕ ਨੇ ਫਿਰ ਇਨਸਾਫ ਸਾਰਿਆਂ ਨੇ ਕਰਨਾ। ਜਿਨ੍ਹਾਂ ਨੇ ਚੰਗੇ ਕੀਤੇ ਹੋਏ ਉਹਨਾਂ ਦਾ ਜੀਵਨ ਚੰਗਾ ਆ, ਜਿਨ੍ਹਾਂ ਨੇ ਮਾੜੇ ਕੀਤੇ ਹੋਏ ਉਹਨਾਂ ਦਾ ਜੀਵਨ ਫਿਰ ਉਹੋ ਜਿਹਾ ਬਣ ਜਾਵੇਗਾ। ਪਾਤਸ਼ਾਹ ਜੀ ਕਹਿੰਦੇ ਨੇ, ਸੱਚਾ ਆਪ ਸੱਚਾ ਦਰਬਾਰ। ਹੁਣ ਜਿਹੜੇ ਜੀਵਨ ਦੇ ਸੱਚ ਦੀ ਕਸਵੱਟੀ ਉੱਤੇ ਖਰੇ ਉਤਰੇ, ਜਿਹੜੇ ਸੱਚ ਦੀ ਕਸਵੱਟੀ ਉੱਤੇ ਖਰੇ ਉਤਰੇ, ਤਿੱਥੈ ਸੋਹਨ ਪੰਜ ਪ੍ਰਵਾਨ। ਮਾਲਕ ਜੀ ਕਹਿੰਦੇ ਉਹ ਪ੍ਰਭੂ ਦੇ ਦਰ 'ਤੇ ਛੋਹੰਦੇ ਨੇ, ਸ਼ੋਭਦੇ ਨੇ, ਚੰਗੇ ਲੱਗਦੇ ਨੇ, ਆਦਰ ਸਤਿਕਾਰ ਪਾਉਂਦੇ ਨੇ। ਪੰਜ ਪ੍ਰਵਾਨ, ਪੰਜ ਦਾ ਅਰਥ ਕੀ ਅਸੀਂ ਪੜ੍ਹ ਕੇ ਆਏ ਨਾ ਪਿੱਛੇ, ਪੰਜ ਪ੍ਰਵਾਨ, ਪੰਜ ਪ੍ਰਧਾਨ। ਉਹ ਪੰਜ ਪ੍ਰਵਾਨ ਕਿਹੜੇ ਆ? ਪੰਜ ਕਿਹੜੇ ਆ? ਜਿਨ੍ਹਾਂ ਨੇ ਗਾਇਆ, ਸੁਣਿਆ ਤੇ ਮੰਨਿਆ। ਤੇ ਫਿਰ ਉਹ ਕੀ ਬਣ ਗਏ? ਪੰਜ ਜਨ, ਸ੍ਰੇਸ਼ਟ ਬਣ ਗਏ, ਉੱਤਮ ਬਣ ਗਏ। ਉਹ ਮਾਲਕ ਦੇ ਪ੍ਰਭੂ ਦੇ ਦਰ 'ਤੇ ਫਿਰ ਸ਼ੋਭਾ ਪਾਉਂਦੇ ਨੇ, ਵਡਿਆਈ ਪਾਉਂਦੇ ਨੇ, ਕਿਉਂਕਿ ਉਹਨਾਂ ਨੇ ਜੀਵਨ ਦੇ ਵਿੱਚ ਧਰਮ ਕਮਾਇਆ। ਜੀਵਨ ਦੇ ਵਿੱਚ ਉਹਨਾਂ ਨੇ ਧਰਮ ਨੂੰ ਵਸਾ ਕੇ ਰੱਖਿਆ, ਜੀਵਨ ਧਰਮੀ ਬਣਾ ਲਿਆ। ਉਹਨਾਂ ਨੇ ਕੱਪੜਿਆਂ ਵਿੱਚ ਧਰਮ ਨਹੀਂ ਰੱਖਿਆ ਕਿ ਕੱਪੜੇ ਧਰਮੀਆਂ ਵਾਲੇ ਪਾਲੇ, ਉਹਨਾਂ ਨੇ ਸੱਚਮੁੱਚ ਹੀ ਜੀਵਨ 'ਚ ਧਰਮ ਅਪਣਾ ਲਿਆ। ਗੁਰੂ ਪਿਆਰ ਵਾਲਿਓ, ਅੱਜ ਸਾਨੂੰ ਵੀ ਵੇਖਣਾ ਪੈਣਾ ਕਿ ਅਸੀਂ ਧਰਮ ਕਮਾ ਰਹੇ ਨਹੀਂ ਕਿ ਕਮਾ ਰਹੇ। ਕੇਵਲ ਪਾਠ ਪੂਜਾ ਕਰ ਲੈਣੀ ਇਹ ਧਰਮ ਨਹੀਂ ਹੈ। ਧਰਮ ਕੀ ਹੈ? ਸੱਚ ਬੋਲਣਾ, ਚੰਗੇ ਮਨੁੱਖ ਦਾ ਸਾਥ ਦੇਣਾ, ਜਿਹੜੀ ਚੰਗੀ ਗੱਲ ਕੀਤੀ ਜਾ ਰਹੀ ਹੈ, ਚੰਗੇ ਕੰਮ ਕੀਤੇ ਜਾ ਰਹੇ, ਉਹਨਾਂ ਦੀ ਸਪੋਰਟ ਕਰਨੀ। ਤੇ ਕਈ ਵਾਰੀ ਅਸੀਂ ਕੀ ਕਰਦੇ ਹਾਂ ਕਿ ਅਸੀਂ ਨਹੀਂ ਭਾਈ ਸੱਚ ਬੋਲਣਾ, ਸਾਨੂੰ ਕੀ ਲੋੜ ਆ, ਸਾਨੂੰ ਸੱਚ ਬੋਲਣ ਦੀ ਕੀ ਲੋੜ ਆ, ਅਸੀਂ ਕੀ ਕਰਨਾ ਹੈ। ਅਸੀਂ ਠੀਕ ਠਾਕ ਆਪਣੀ ਜਗ੍ਹਾ 'ਤੇ, ਭਾਵੇਂ ਕੁਛ ਵੀ ਹੋਈ ਜਾਵੇ ਸਮਾਜ ਦੇ ਵਿੱਚ, ਇਹੋ ਜਿਹੇ ਸਮਾਜ ਦੇ ਅੰਦਰ ਲੋਕ ਆ ਜਿਹੜੇ ਸੱਚ ਬੋਲਣ ਲਈ ਤਿਆਰ ਨਹੀਂ। ਜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਕਲਗੀਧਰ ਪਾਤਸ਼ਾਹ ਜੀ ਕਹਿ ਦੇ ਭਾਈ ਸਾਨੂੰ ਕੀ ਲੋੜ ਆ, ਸਾਡਾ ਪਰਿਵਾਰ ਵਧੀਆ ਪਲ ਰਿਹਾ ਆ, ਅਸੀਂ ਸੱਚ ਕਿਉਂ ਬੋਲੀਏ।
ਤੇ ਗੁਰੂ ਪਿਆਰ ਵਾਲੇ ਸਮਾਜ ਦਾ ਕੀ ਬਣਦਾ। ਤੇ ਗੁਰੂ ਪਿਆਰ ਵਾਲੇ ਉੱਥੇ ਹੀ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ 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 ਕਰੀ ਜਾ ਰਿਹਾ ਆ, ਇਹ ਧਰਮ ਨਹੀਂ ਹੈ। ਵਾਹਿਗੁਰੂ ਵਾਹਿਗੁਰੂ ਕੇਵਲ ਕਹਿਣਾ ਇਹ ਧਰਮ ਨਹੀਂ ਹੈ। ਧਰਮ ਕੀ ਹੈ ਕਿ ਜੀਵਨ ਦੇ ਅੰਦਰ ਗੁਣ ਲੈ ਕੇ ਆਉਣੇ। ਹੁਣ ਵਾਹਿਗੁਰੂ ਵਾਹਿਗੁਰੂ 24 ਘੰਟੇ ਕਰੀ ਜਾ ਰਹੇ ਹਾਂ, ਪਰ ਤੂੰ ਜਿਹੜਾ ਜੀਵਨ ਦੇ ਅੰਦਰ ਫਿਰ ਵੀ ਕਿਸੇ ਨਾਲ ਧੋਖਾ ਕਰ ਰਿਹਾ, ਪਰਾਇਆ ਹੱਕ ਮਾਰ ਰਿਹਾ, ਫਿਰ ਵੀ ਜਿਹੜਾ ਤੂੰ ਨਿੰਦਿਆ ਕਰ ਰਿਹਾ, ਚੁਗਲੀ ਕਰ ਰਿਹਾ। ਧਰਮ ਕੀ ਹੈ ਕਿ ਇਹਨਾਂ ਵਿਚਾਰਾਂ ਤੋਂ ਆਪਣੇ ਜੀਵਨ ਨੂੰ ਉੱਚਾ ਲੈ ਕੇ ਜਾਣਾ, ਕਿ ਆਪਣੇ ਜੀਵਨ ਵਿੱਚੋਂ ਇਹਨਾਂ ਵਿਚਾਰਾਂ ਨੂੰ ਤਿਆਗ ਦੇਣਾ, ਔਗਣਾਂ ਨੂੰ ਤਿਆਗਣਾ, ਝੂਠ ਦਾ ਸਾਥ ਦੇਣਾ ਛੱਡ ਦੇਣਾ। ਜੇ ਕੋਈ ਨਸ਼ੇੜੀ ਫੜਿਆ ਜਾਵੇ ਨਾ ਤੇ ਪਿੱਛੋਂ ਦੇਖੋ ਕਿੰਨੇ ਤੁਰੇ ਹੁੰਦੇ ਆ ਉਹਨੂੰ ਛਡਾਉਣ ਵਾਸਤੇ, ਉਹਦੀ ਸਪੋਰਟ ਕਰਨ ਵਾਸਤੇ ਕਿੰਨੇ ਤੁਰੇ ਹੁੰਦੇ ਆ, ਸਿਫਾਰਸ਼ਾਂ ਪਾਉਂਦੇ ਆ, ਭਾਈ ਇਹਨੂੰ ਛੱਡ ਦਿਓ, ਕੁਛ ਨਹੀਂ ਹੁੰਦਾ, ਗਲਤੀ ਹੋ ਗਈ। ਤੇ ਗੁਰੂ ਪਿਆਰ ਵਾਲੇ ਫਿਰ ਜਦੋਂ ਹੋਰ ਗਲਤ ਕੰਮ ਕਰਦਾ ਫਿਰ ਚਲੇ ਜਾਂਦੇ ਆ। ਭਾਵ ਇਹ ਧਰਮ ਨਹੀਂ ਹੈ। ਧਰਮ ਕੀ ਹੈ? ਜੇਕਰ ਉਹ ਨਸ਼ਾ ਕਰਦਾ ਫੜਿਆ ਗਿਆ ਉਹਨੂੰ ਸਜ਼ਾ ਮਿਲੇ, ਉਹਨੂੰ ਪਤਾ ਲੱਗੇ। ਪਰ ਸਾਡੇ ਵਰਗੇ ਲੋਕ ਪਤਾ ਨਹੀਂ ਕਿੱਥੋਂ ਨਿਕਲਣ। ਜੇ ਕੋਈ ਚੰਗਾ ਕੰਮ ਕਰਦਾ ਆ ਤੇ ਚੰਗੇ ਕੰਮ ਕਰਦੇ ਨੂੰ ਮਨੁੱਖ ਨੂੰ ਕੋਈ ਫੜ ਲਵੇ, ਉਹਦੇ ਪਿੱਛੇ ਕਿਸੇ ਨੇ ਨਹੀਂ ਜਾਣਾ, ਪਰ ਜਾਣਾ ਉਹਦੇ ਮਗਰ ਆ ਜਿਹੜਾ ਨਸ਼ੇ ਕਰਦਾ ਫੜਿਆ ਗਿਆ, ਬੇਈਮਾਨੀਆਂ ਕਰਦਾ ਫੜਿਆ ਗਿਆ, ਜਿਹੜਾ ਧੋਖੇ ਧੜੀਆਂ ਕਰਦਾ ਫੜਿਆ ਗਿਆ, ਉਹਦੇ ਮਗਰ ਜਾਣਾ। ਉਹਨੂੰ ਅਸੀਂ ਕਹਿੰਦੇ ਸ਼ਾਇਦ ਧਰਮ ਕਮਾਉਣਾ ਆ। ਧਰਮ ਕਮਾਉਣ ਦਾ ਅਰਥ ਕੀ ਆ? ਆਪਣੀ ਜ਼ਿੰਮੇਵਾਰੀਆਂ, ਆਪਣੀਆਂ ਡਿਊਟੀਆਂ, ਆਪਣੇ ਫਰਜ਼ਾਂ ਨੂੰ ਸਮਝਣਾ, ਇਹੀ ਧਰਮ ਹੈ। ਧਰਮ ਗੁਰੂ ਪਿਆਰ ਵਾਲਿਓ ਕੇਵਲ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਸੰਸਾਰ ਵਿੱਚ ਇਹ ਧਰਮ ਸਿਖਾਇਆ ਆ। ਧਰਮ ਕੋਈ ਕੇਵਲ ਇਸ ਤਰ੍ਹਾਂ ਦਾ ਨਹੀਂ ਹੈ ਕੋਈ ਖਾਸ ਪਹਿਰਾਵਾ ਪਾ ਲਈਏ ਧਰਮੀ ਬਣ ਜਾਣਾ। ਧਰਮ ਕੇਵਲ ਇਹ ਧਰਮ ਨਹੀਂ ਹੈ ਕਿ ਅਸੀਂ ਗੁਰਦੁਆਰੇ ਆ ਕੇ ਮੱਥਾ ਟੇਕ ਲਿਆ, ਇਹ ਧਰਮ ਹੈ। ਧਰਮ ਕੀ ਹੈ? ਗੁਰਦੁਆਰੇ ਆ ਕੇ ਜਿਹੜਾ ਅਸੀਂ ਗੁਰੂ ਦੀ ਬਾਣੀ ਨੂੰ ਸੁਣਿਆ ਉਹਨੂੰ ਜੀਵਨ 'ਚ ਕਮਾਉਣਾ ਹੀ ਧਰਮ ਹੈ। ਚੰਗੇ ਕੰਮ ਕਰਨੇ ਹੀ ਧਰਮ ਹੈ। ਪਾਤਸ਼ਾਹ ਜੀ ਬਚਨ ਕਰਦੇ ਨੇ, ਤਿੱਥੈ ਸੋਹਣ ਪੰਚ ਪ੍ਰਵਾਨ। ਪੰਜ ਜਨ ਜਿਹਨਾਂ ਨੇ ਧਰਮ ਕਮਾਇਆ, ਜਿਨ੍ਹਾਂ ਨੇ ਫਰਜ਼ ਪਹਿਚਾਣ ਲਿਆ ਕਿ ਸਾਡਾ ਜੀਵਨ ਜਿਹੜਾ ਇਸ ਸੰਸਾਰ ਉੱਤੇ ਜਿਹੜਾ ਅਸੀਂ ਜਨਮ ਲਿਆ, ਇੱਥੇ ਆ ਕੇ ਅਸੀਂ ਧਰਮ ਦੇ ਕੰਮ ਕਰਨੇ, ਭਾਵ ਕਿ ਚੰਗੇ ਕੰਮ ਕਰਨੇ, ਚੋਰੀ ਜਾਰੀ ਨਹੀਂ ਕਰਨੀ, ਮਾੜੇ ਕੰਮ ਨਹੀਂ ਕਰਨੇ, ਜੀਵਨ 'ਚ ਨਸ਼ਾ ਨਾ ਖਾਣਾ, ਨਾ ਵੇਚਣਾ, ਨਾ ਗਲਤ ਮਨੁੱਖਾਂ ਦੀ ਸਪੋਰਟ ਕਰਨੀ, ਇਹ ਧਰਮ ਹੈ। ਤੇ ਮਾਲਕ ਜੀ ਕਹਿੰਦੇ ਨਦਰੀ ਕਰਮ ਪਵੈ ਨਿਸ਼ਾਨ। ਕਦੇ ਮਾਲਕ ਦੀ ਬਖਸ਼ਿਸ਼ ਰਹਿਮਤ ਦੇ ਜਿਹੜੇ ਨਿਸ਼ਾਨ ਨਾ ਉਹਦੇ ਜੀਵਨ ਤੇ ਚਮਕ ਪੈਂਦੇ ਆ, ਵਡਿਆਈ ਜਿਹੜੀ ਉਹਦੇ ਮੱਥੇ ਤੇ ਚਮਕ ਪੈਂਦੀ ਆ। ਗੁਰੂ ਪਿਆਰ ਵਾਲਿਓ ਨਿਸ਼ਾਨ ਤਾਂ ਫਿਰ ਆਪਣੇ ਆਪ ਹੀ ਚਮਕਣੇ ਆ। ਜਦੋਂ ਜੀਵਨ ਦੇ ਅੰਦਰ ਚੰਗੇ ਕੰਮ ਕਰਾਂਗੇ ਫਿਰ ਨਿਸ਼ਾਨ ਵੀ ਸਾਹਮਣੇ ਨਜ਼ਰ ਆ ਜਾਣੇ ਆ। ਭਾਵ ਉਹਦੀਆਂ ਨਿਸ਼ਾਨੀਆਂ ਸਾਹਮਣੇ ਨਜ਼ਰ ਆਉਣੀਆਂ। ਉਹਦੀਆਂ ਨਿਸ਼ਾਨੀਆਂ ਕੀ ਆ? ਜਿਹੜੇ ਉਹ ਚੰਗੇ ਕੰਮ ਕਰ ਰਿਹਾ ਉਹਦੀਆਂ ਇਹ ਧਰਮ ਦੀਆਂ ਨਿਸ਼ਾਨੀਆਂ। ਭਾਈ ਇਹ ਜੀਵਨ ਧਰਮੀ ਆ, ਇਹਦਾ ਜੀਵਨ ਚੰਗਾ ਆ, ਇਹਦਾ ਜੀਵਨ ਸੋਹਣਾ ਆ। ਜਿਵੇਂ ਮਾਲਕ ਦੀ ਦਿੱਤੀਆਂ ਹੋਈਆਂ ਦਾਤਾਂ ਦੇ, ਜਿਵੇਂ ਅਸੀਂ ਪੜ੍ਹਦੇ ਹਾਂ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਕਿ ਉਹਦੀਆਂ ਨਿਸ਼ਾਨੀਆਂ ਸਮਝ ਕੇ ਅਸੀਂ ਮਾਲਕ ਨੂੰ ਗਾਉਂਦੇ ਹਾਂ, ਉਹਦੀਆਂ ਦਾਤਾਂ ਨੂੰ ਪ੍ਰਾਪਤ ਕਰਦੇ ਹਾਂ। ਪਾਤਸ਼ਾਹ ਜੀ ਕਹਿੰਦੇ ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੇ ਪਾਏ। ਸੰਸਾਰ ਵਿੱਚ ਕੋਈ ਅਮੀਰ ਹੋਣਾ, ਗਰੀਬ ਹੋਣਾ ਇਹ ਕੋਈ ਵੱਡੀ ਗੱਲ ਨਹੀਂ, ਇਹ ਕੋਈ ਗੱਲ ਮਾਇਨੇ ਨਹੀਂ ਰੱਖਦੀ। ਮਾਲਕ ਜੀ ਕਹਿੰਦੇ ਤੇਰੀ ਕਚਿਆਈ ਦਾ, ਤੇਰੀ ਪਕਿਆਈ ਦਾ ਉੱਥੇ ਪਤਾ ਲੱਗਣਾ ਜਦੋਂ ਮਾਲਕ ਦੇ ਦਰ 'ਤੇ ਆਇਆ। ਜਦੋਂ ਜੀਵਨ ਦੇ ਵਿੱਚ ਧਰਮ ਕਮਾਵੇਂਗਾ ਫਿਰ ਪਤਾ ਲੱਗਣਾ ਤੇਰੀ ਕਚਿਆਈ, ਤੂੰ ਕਿੰਨਾ ਕੁ ਕੱਚਾ ਕਿੰਨਾ ਪੱਕਾ। ਅੱਜ ਸੰਸਾਰ ਵਿੱਚ ਬੜੇ ਕੱਚੇ ਲੋਕ ਤੁਰੇ ਫਿਰਦੇ ਆ। ਉਹ ਕਹਿੰਦੇ ਅਸੀਂ ਪੱਕੇ ਆ, ਅਸੀਂ ਬੜੇ ਚੰਗੇ ਆ, ਪਰ ਉਦੋਂ ਪਤਾ ਲੱਗਦਾ ਬੰਦੇ ਦਾ ਜਦੋਂ ਬੰਦਾ ਪਤਾ ਲੱਗਦਾ ਕਿ ਭਾਈ ਨਾਲ ਖੜਦਾ ਕਿ ਨਹੀਂ ਖੜਦਾ, ਉਦੋਂ ਪਤਾ ਲੱਗਦਾ ਇਹ ਕੱਚਾ ਕਿ ਪੱਕਾ ਆ। ਜਦੋਂ ਅਸੀਂ ਪਰਖਦੇ ਨਾ ਬੰਦੇ ਨੂੰ ਫਿਰ ਪਤਾ ਲੱਗਦਾ ਕਿ ਭਾਈ ਇਹ ਕੱਚਾ ਕਿ ਪੱਕਾ ਆ। ਮਾਲਿਕ ਜੀ ਕਹਿੰਦੇ ਨਾਨਕ ਗਿਆ ਜਾਪੇ ਜਾਏ। ਪਾਤਸ਼ਾਹ ਜੀ ਕਹਿੰਦੇ ਨੇ ਇਹ ਫਿਰ ਤੇਰੇ ਜੀਵਨ ਅੰਦਰ ਉਦੋਂ ਪਤਾ ਲੱਗੇਗਾ ਜਦੋਂ ਤੇਰੇ ਜੀਵਨ 'ਚ ਧਰਮ ਆਵੇਗਾ, ਜਦੋਂ ਤੂੰ ਧਰਮ ਦਾ ਆਸਰਾ ਲਵੇਂ, ਜਦੋਂ ਫਰਜ਼ ਨਿਭਾਵੇਂਗਾ ਪਤਾ ਲੱਗਦਾ ਕਿ ਫਿਰ ਪਤਾ ਲੱਗੇਗਾ ਕਿ ਤੇਰਾ ਜੀਵਨ ਕੱਚਾ ਕਿ ਪੱਕਾ। ਜੇ ਤਾਂ ਫਰਜ਼ ਨਿਭਾਏ ਫਿਰ ਤਾਂ ਪੱਕਾ ਆ, ਪਰ ਜੇ ਨਹੀਂ ਨਿਭਾਏ ਫਿਰ ਤੇਰਾ ਜੀਵਨ ਕੱਚਾ ਆ। ਹੁਣ ਗੱਲਾਂ ਦੇ ਨਾਲ ਤਾਂ ਮਨੁੱਖ ਬਹੁਤ ਕੁਛ ਕਰ ਲੈਂਦਾ ਆ, ਗੱਲਾਂ ਦੇ ਨਾਲ ਸਭ ਕੁਝ ਕਰੀ ਜਾ ਰਿਹਾ, ਪਰ ਜੀਵਨ ਦੇ ਵਿੱਚ ਅਸਲੀਅਤ ਵਿੱਚ ਉਹ ਵਿਚਾਰਾ ਨਹੀਂ ਲੈ ਕੇ ਆ ਰਿਹਾ। ਪਾਤਸ਼ਾਹ ਜੀ ਕਹਿੰਦੇ ਨਾਨਕ ਗਿਆ ਜਾਪੇ ਜਾਏ। ਪਾਤਸ਼ਾਹ ਜੀ ਕਹਿੰਦੇ ਉਹੀ ਮਾਲਕ ਦੇ ਦਰ 'ਤੇ ਸ਼ੋਭਾ ਵਡਿਆਈ ਪ੍ਰਾਪਤ ਕਰਦੇ ਨੇ ਜਿਹੜੇ ਉਹਦੇ ਨਾਮ ਨੂੰ ਜਪਦੇ ਨੇ, ਨਾਮ ਨੂੰ ਸਿਮਰਦੇ ਨੇ। ਨਾਮ ਸਿਮਰਨਾ ਕੀ ਹੈ? ਜੀਵਨ 'ਚ ਚੰਗੇ ਕੰਮ ਕਰਨੇ। ਕੇਵਲ ਅਸੀਂ ਆਖੀਏ ਭਾਈ ਰੱਬ ਦਾ ਨਾਮ ਜਪੀਆ ਕਰੀਏ।
ਹੁਣ ਅਸੀਂ ਨਾ ਜਿਹੜਾ ਗੁਰਬਾਣੀ ਪੜ੍ਹਨ ਵਾਲਾ ਬੰਦਾ ਅਸੀਂ ਇਸ ਤਰ੍ਹਾਂ ਦਾ ਪੇਸ਼ ਕਰ ਰਹੇ ਹਾਂ, ਅਸੀਂ ਇਸ ਤਰ੍ਹਾਂ ਦਾ ਉਹਦਾ ਚਿਹਰਾ ਮਹਾਂਦਰਾ ਜੀਵਨ ਬਣਾ ਦਿੱਤਾ ਕਿ ਜਿਹੜਾ ਭਾਈ ਰੱਬ ਦਾ ਨਾਮ ਲੈਂਦਾ ਉਹ ਕਿਸੇ ਨੂੰ ਕੁਝ ਕਹਿੰਦੇ ਨਹੀਂ, ਕਿਸੇ ਨੂੰ ਕੁਝ ਕਹਿੰਦੇ ਨਹੀਂ, ਭਾਵੇਂ ਕੁਛ ਵੀ ਹੋਈ ਜਾਵੇ। ਗੁਰੂ ਪਿਆਰ ਵਾਲਿਓ, ਅਸੀਂ ਕਿਤੇ ਇਤਿਹਾਸ 'ਚ ਨਹੀਂ ਪੜ੍ਹਿਆ ਕਿ ਗੁਰੂ ਨਾਨਕ ਸਾਹਿਬ ਜੀ ਅੰਦਰ ਬੈਠ ਕੇ ਨਾਮ ਜਪਦੇ ਰਹੇ ਅਤੇ ਸਮਾਜ ਵਿੱਚ ਜੋ ਮਰਜ਼ੀ ਹੁੰਦਾ ਰਿਹਾ। ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਸੱਚ ਦੀ ਗੱਲ ਕੀਤੀ, ਜਿੱਥੇ ਵਿਚਾਰ ਕੀਤੀ, ਉਹਨਾਂ ਨੇ ਚਾਹੇ ਸੱਜਣ ਠੱਗ ਵਰਗੇ ਸੀਗੇ ਉਹਨਾਂ ਨੂੰ ਜਾ ਕੇ ਰੋਕਿਆ, ਉਹਨਾਂ ਨੂੰ ਸੁਧਾਰਿਆ ਜਾ ਕੇ। ਕਲਗੀਧਰ ਪਾਤਸ਼ਾਹ ਵੀ ਨਾਮ ਜਪਦੇ, ਉਹ ਤਾਂ ਸਾਡੇ ਨਾਲੋਂ ਜ਼ਿਆਦਾ, ਉਹ ਤਾਂ ਗੁਰੂ ਸੀ। ਪਰ ਗੁਰੂ ਪਿਆਰ ਵੱਲੋਂ ਇਹ ਥੋੜ੍ਹਾ ਕਿ ਚੁੱਪ ਕਰਕੇ ਨਾਮ ਜਪੀ ਜਾਂਦੇ, ਭਾਵੇਂ ਸਾਹਮਣੇ ਕਿਸੇ ਨਾਲ ਧੱਕਾ ਹੋਈ ਜਾਵੇ, ਖਿਲਵਾੜ ਹੋਈ ਜਾਵੇ, ਚੋਰੀ ਠੱਗੀ ਸਭ ਕੁਝ ਹੋਈ ਜਾਵੇ, ਲੋੜ ਹੀ ਨਹੀਂ ਬੋਲਣ ਦੀ। ਗੁਰੂ ਪਿਆਰ ਵਾਲੇ ਕਲਗੀਧਰ ਪਾਤਸ਼ਾਹ ਨੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ। ਜਿਹੜੇ ਜ਼ੁਲਮ ਕਰਦੇ ਸੀ, ਜਿਹੜੇ ਮਜ਼ਲੂਮਾਂ 'ਤੇ ਜ਼ੁਲਮ ਕਰਦੇ ਸੀ, ਉਹਨਾਂ ਨੂੰ ਸੋਧਿਆ। ਗੁਰੂ ਪਿਆਰ ਵਾਲੇ ਉਹ ਨਾਮ ਜਪਣ ਵਾਲੇ ਮਨੁੱਖ ਦੀ ਅਸੀਂ ਇਹੋ ਜਿਹੀ ਸ਼ਕਲ ਬਣਾ ਦਿੱਤੀ, ਉਹਦਾ ਜੀਵਨ ਇੱਦਾਂ ਬਣਾ ਦਿੱਤਾ ਕਿ ਭਾਈ ਜਿਹੜਾ ਨਾਮ ਜਪਦਾ ਨਾ, ਇਹ ਤਾਂ ਭਗਤ ਬੰਦਾ, ਇਹ ਤਾਂ ਨਾਮ ਜਪਦਾ, ਇਹ ਤਾਂ ਕਿਸੇ ਦੀ ਗੱਲ ਵਿੱਚ ਆਉਂਦੇ ਨਹੀਂ, ਇਹ ਤਾਂ ਕਿਸੇ ਦਖਲਅੰਦਾਜ਼ੀ ਕਰਦੇ ਨਹੀਂ। ਜਿੱਥੇ ਸਰੇਆਮ ਕਿਸੇ ਨਾਲ ਬੇਇਨਸਾਫੀ ਹੋ ਰਹੀ ਹੋਵੇ, ਝੂਠ ਬੋਲਿਆ ਜਾ ਰਿਹਾ ਹੋਵੇ, ਕਿਸੇ ਮਜ਼ਲੂਮ 'ਤੇ ਜ਼ੁਲਮ ਹੋ ਰਿਹਾ ਹੋਵੇ ਅਤੇ ਅਸੀਂ ਨਾਮ ਜਪੀ ਜਾਈਏ, ਉਹ ਨਾਮ ਫਿਰ ਕਿਸੇ ਕੰਮ ਦਾ ਨਹੀਂ ਹੈਗਾ, ਉਹ ਨਾਮ ਜਪਣਾ ਨਹੀਂ ਹੈਗਾ। ਨਾਮ ਜਪਣਾ ਕੀ ਹੈ? ਤੇ ਜੇ ਤੂੰ ਬਾਣੀ ਵੀ ਪੜ੍ਹ ਰਿਹਾ, ਨਾਮ ਵੀ ਜਪ ਰਿਹਾ, ਪਰ ਕਿਸੇ ਮਜ਼ਲੂਮ 'ਤੇ ਜ਼ੁਲਮ ਨਾ ਹੋਣ ਦੇ। ਜਿੱਥੇ ਝੂਠ ਬੋਲਿਆ ਜਾ ਰਿਹਾ ਆ, ਤੈਨੂੰ ਪਤਾ ਵੀ ਆ ਕਿ ਭਾਈ ਇਹ ਗੱਲ ਸਹੀ ਆ, ਇਹ ਸੱਚੀ ਆ, ਇੱਥੇ ਮੈਨੂੰ ਬੋਲਣਾ ਚਾਹੀਦਾ ਆ, ਗੁਰੂ ਪਿਆਰ ਵਾਲਿਓ ਉੱਥੇ ਫਿਰ ਬੋਲਣਾ ਵੀ ਚਾਹੀਦਾ ਆ, ਉੱਥੇ ਫਿਰ ਗੱਲ ਉਹ ਕਰਨੀ ਵੀ ਚਾਹੀਦੀ ਆ। ਇਹ ਹੈ ਨਾਮ ਜਪਣਾ, ਅੰਦਰ ਬੈਠ ਕੇ ਨਾਮ ਜਪਣਾ। ਇਹ ਕੋਈ ਨਾਮ ਜਪਣਾ ਨਹੀਂ ਕਿਹਾ ਜਾ ਸਕਦਾ। ਜਿੱਥੇ ਸਾਡੇ ਫਰਜ਼ਾਂ ਦਾ ਘਾਣ ਹੋਇਆ ਜਾ ਰਿਹਾ ਹੋਵੇ, ਜਿੱਥੇ ਸਾਡਿਆਂ ਨੂੰ ਜਿਹੜਾ ਲੁੱਟਿਆ ਜਾ ਰਿਹਾ ਹੋਵੇ, ਖਤਮ ਕੀਤਾ ਜਾ ਰਿਹਾ ਹੋਵੇ, ਜਿੱਥੇ ਕਿਸੇ ਨਾਲ ਜਿਹੜਾ ਤਸ਼ੱਦਦ ਹੋ ਰਿਹਾ ਹੋਵੇ, ਕਿਸੇ ਨਾਲ ਧੋਖਾ ਹੋ ਰਿਹਾ ਹੋਵੇ, ਗੁਰੂ ਪਿਆਰ ਵਾਲਿਓ ਜੇਕਰ ਉੱਥੇ ਨਹੀਂ ਅਸੀਂ ਚੰਗੇ ਮਨੁੱਖ ਦਾ ਸਾਥ ਨਹੀਂ ਦਿੱਤਾ, ਫਿਰ ਅਸੀਂ ਸਾਥ ਕਦੋਂ ਦੇਵਾਂਗੇ? ਅਸਲ ਵਿੱਚ ਇਹ ਹੈ ਜਿਹੜਾ ਧਰਮ ਖੰਡ, ਅਸੀਂ ਪਹਿਲੇ ਖੰਡ ਦੀ ਵਿਚਾਰ ਕੀਤੀ, ਧਰਮ ਖੰਡ ਭਾਵ ਕਿ ਜੀਵਨ ਦੇ ਅੰਦਰ ਸਭ ਤੋਂ ਪਹਿਲਾਂ ਫਰਜ਼ਾਂ ਦੀ ਪਹਿਚਾਣ ਕਰਨੀ। ਸਾਡੇ ਜੀਵਨ 'ਚ ਧਰਮ ਖੰਡ ਹੋਵੇ। ਸਾਡਾ ਜੀਵਨ ਧਰਮ ਖੰਡ ਤਾਂ ਬਣਨਾ ਜੇਕਰ ਅਸੀਂ ਧਰਮ ਦਾ ਮੀਨਿੰਗ ਕੀ ਆ? ਫਰਜ਼ ਨਿਭਾਉਣੇ, ਜ਼ਿੰਮੇਵਾਰੀਆਂ, ਡਿਊਟੀਆਂ ਨਿਭਾਉਣੀਆਂ, ਇਹ ਹੈਗਾ ਸਾਡਾ ਧਰਮ, ਇਹ ਹੈਗਾ ਸਾਡਾ ਫਰਜ਼। ਇਹ ਜੇਕਰ ਜੀਵਨ ਵਿੱਚ ਅਸੀਂ ਫਰਜ਼ ਸਮਝਾਂਗੇ, ਸਾਡੇ ਮਨੁੱਖਾਂ ਜੀਵਨ ਦਾ ਫਰਜ਼ ਕੀ ਆ? ਇਸ ਜੀਵਨ ਨੂੰ ਚੰਗਾ ਬਣਾਉਣਾ, ਕੀਮਤੀ ਬਣਾਉਣਾ, ਇਹਨਾਂ ਚੰਗੇ ਕੰਮ ਕਰਨੇ, ਇਹ ਸਾਡੇ ਫਰਜ਼ ਨੇ। ਇਹ ਪਹਿਲੀ ਅਵਸਥਾ ਕਿਹੜੀ ਆ? ਧਰਮ ਖੰਡ। ਅੱਜ ਅਸੀਂ ਧਰਮ ਖੰਡ ਦੀ ਵਿਚਾਰ ਕੀਤੀ, ਕੱਲ੍ਹ ਨੂੰ ਅਸੀਂ ਗਿਆਨ ਖੰਡ ਦੀ ਵਿਚਾਰ ਕਰਾਂਗੇ। ਗਿਆਨ ਖੰਡ ਕੀ ਹੁੰਦਾ ਹੈ? ਸਤਿਗੁਰੂ ਜੀ ਕਿਰਪਾ ਰਹਿਮਤ ਕਰਨ। ਵਿਚਾਰਾਂ ਕਰਦਿਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।